खालसा वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। कोट पराध हमारे खंडो अनक विधि समझाओ। हम ज्ञान अल्प मत थोड़ी तुम आपन बिरद रखाओ। सारे करो कृपा तुमरी शरण तुम्हारी आशा। तुम ही सजन सेले राखो राखण हार दयाला। नानक करके बोले राखो राखण हार दयाला। नानक करके बोले। साहिब श्री गुरु ग्रंथ ਸਾਹਿਬ महाराज जिन्हां दी अपार बख्शिश रहमत हुई है। सतगुरु ने ਅੰਮ੍ਰਿਤ ਵੇਲੇ ਤੋਂ ਇਸ ਸਥਾਨ ਤੇ ਦੀਵਾਨ ਸਜੇ। ਨਿਤਨੇਮ ਸਾਹਿਬ ਜੀ ਦੀ ਬਾਣੀਆਂ ਦੇ ਪਾਠ, ਸੰਗਤੀ ਰੂਪੀ ਸੁਮਣੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਦੀ ਹਾਜ਼ਰੀ ਬੜੇ ਪਿਆਰ ਸਹਿਤ ਬੜੇ ਵਜ਼ਨ ਦੇ ਨਾਲ ਸ਼ਬਦ ਕੀਰਤਨ ਗਾਇਨ ਕੀਤਾ ਹੈ। ਆਓ ਕੁਝ ਸਮਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਜੀ ਦਾ ਜੋ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ, ਉਸ ਦੇ ਸੰਬੰਧ ਵਿੱਚ ਆਓ ਕੁਝ ਵਿਚਾਰਾਂ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਮਨ ਬਿਰਤੀਆਂ ਨੂੰ ਆਪ ਇਕਾਗਰ ਜ਼ਰੂਰ ਕਰੋ। ਜਿਸ ਤਰ੍ਹਾਂ ਸ਼ਰੀਰ ਕਰਕੇ ਆਪ ਜੀ ਪ੍ਰੈਜੈਂਟ ਹੋ ਤੇ ਇਸ ਕਰਕੇ ਮਨ ਨੂੰ ਵੀ ਇੱਥੇ ਲਿਆਉਣ ਦਾ ਯਤਨ ਕਰੋ। ਜੇ ਕਿੱਥੇ ਮਨ ਭੱਜ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇੱਥੇ ਟਿਕਾ ਦੋ ਮਨ ਨੂੰ। ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਦੇ ਘਰ ਪਹਿਲੀ ਸੰਤਾਨ ਦਾ ਜਨਮ ਹੋਇਆ ਡਰੋਲੀ ਵਿਖੇ, ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਦਾਦੀ ਨੂੰ। ਬੀਬੀ ਭਾਣੀ ਜੀ ਇੱਕ ਨਵੇਕਲੀ ਖੁਸ਼ੀ ਸੀ। ਘਰ ਵਿੱਚ ਲਾਲ ਆਇਆ ਹੈ, ਉਹਨਾਂ ਦੀ ਖੁਸ਼ੀ ਵੀ ਕਿਸੇ ਹੱਦ ਤੱਕ ਠੀਕ ਸੀ। ਜਦੋਂ ਘਰ ਸ਼ਾਦੀ ਹੋ ਜਾਏ, ਔਲਾਦ ਨਾ ਹੋਵੇ ਤੇ ਘਰ ਦੇ ਸ਼ਰੀਕੇ ਹੀ ਤਾਣੇ ਮਾਰਦੇ ਨੇ। ਜਿਹੜੀ ਔਰਤ ਹੁੰਦੀ ਹੈ ਉਹ ਘਰ ਦੇ ਹਰ ਗਰੀਬੀ ਵੀ ਸਹਾਰ ਜਾਂਦੀ ਹੈ, ਦੁੱਖ ਵੀ ਸਹਾਰ ਜਾਂਦੀ ਹੈ।
ਪਰ ਇਸ ਤਰ੍ਹਾਂ ਦਾ ਕੋਈ ਮਿਹਣਾ ਮਾਰ ਦੇ ਕਿ ਤੂੰ ਸੰਸਾਰ ਵਿੱਚੋਂ ਉਤਰੀ ਚਲੇ ਜਾਣਾ ਹੈ, ਉਸ ਵੇਲੇ ਬੜਾ ਦੁੱਖ ਹੁੰਦਾ ਹੈ। ਇਹ ਚੀਜ਼ ਆਪਣੇ ਹੱਥ ਨਹੀਂ ਹੁੰਦੀ। ਕਈ ਵਾਰੀ ਬੰਦਾ ਮਾਣ ਕਰ ਲੈਂਦਾ ਹੈ ਔਲਾਦ ਹੋਣ ਦਾ, ਪਰ ਇਹ ਪ੍ਰਭੂ ਪਰਮਾਤਮਾ ਦੀ ਦੇਣ ਹੈ। ਬੀਬੀ ਭਾਣੀ ਜੀ ਜੋ ਜਿਨ੍ਹਾਂ ਦੀ ਜਠਾਣੀ ਕਰਮ, ਉਹ ਹਮੇਸ਼ਾ ਇਹੀ ਤਾਣੇ ਮਾਰਦੀ ਸੀ ਕਿ ਇਹਨਾਂ ਦਾ ਸਭ ਕੁਝ ਸਾਡਾ ਹੈ, ਕਿਉਂਕਿ ਇਹਨਾਂ ਘਰ ਤੇ ਔਲਾਦ ਹੋਣੀ ਨਹੀਂ ਹੈ। ਪਰ ਜਿਸ ਦਾ ਗੁਰੂ ਸਮਰੱਥ ਹੋਏ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ। ਤੇ ਸਾਰਾ ਇਤਿਹਾਸ ਆਪ ਜੀ ਨੂੰ ਪਤਾ ਹੈ। ਬਾਬਾ ਬੁੱਢਾ ਜੀ ਦੇ ਬਚਨਾਂ ਰਾਹੀਂ ਫਿਰ ਘਰ ਵਿੱਚ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ। ਅੱਜ ਦਾਦੀ ਨੂੰ ਜ਼ਿਆਦਾ ਖੁਸ਼ੀ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਪਹੁੰਚੇ ਤੇ ਮਾਂ ਕੋਲੋਂ ਆਸੀਸ ਲੈ ਰਹੇ ਹਨ। ਤੇ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ, ਮਾਂ ਜੀ ਤਰੁੱਠੇ ਹੋ ਤੇ ਆਸੀਸ ਫਿਰ ਦੋ ਵੀ। ਪਿਆਰ ਵਿੱਚ ਸਨ ਬੀਬੀ ਭਾਣੀ ਜੀ। ਉਹਨਾਂ ਨੇ ਕਿਹਾ, ਜਾਓ ਬੱਚਿਆ, ਤੁਹਾਡੇ ਘਰ ਜੋੜੀ ਰਲੇਗੀ। ਦੇਖੋ, ਜਿਹੜੇ ਸਤਿਕਾਰ ਬਜ਼ੁਰਗਾਂ ਦੇ ਕਰਦੇ ਨੇ ਨਾ, ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਵੀ ਹੁੰਦੀਆਂ ਨੇ। ਮਹਾਰਾਜ ਦੇ ਚਿਹਰਾ ਵੇਖਿਆ ਤੇ ਭਾਣੀ ਜੀ ਕਹਿੰਦੇ ਨੇ, ਕੀ ਗੱਲ ਜੋੜੀ ਨਾਲ ਖੁਸ਼ ਨਹੀਂ? ਕਹਿੰਦੇ ਨੇ, ਘਾਟੇ ਥੋੜੀ ਜਿਹੀ। ਤੇ ਭਾਣੀ ਜੀ ਕਹਿੰਦੇ ਨੇ, ਜਾਓ ਫਿਰ ਤੁਹਾਡੇ ਘਰ ਦੋ ਜੋੜੀਆਂ ਰਲਣਗੀਆਂ। 4 ਪੁੱਤਰਾਂ ਦੀ ਦਾਤ। ਫਿਰ ਕਹਿੰਦੇ ਨੇ, ਹਲੇ ਵੀ ਕੁਝ ਘੱਟ ਹੈ। ਸੁਭਾਵਿਕ ਫਿਰ ਬਚਨ ਨਿਕਲਿਆ, ਤੁਹਾਡੇ ਘਰ 5 ਸਪੁੱਤਰ ਹੋਣਗੇ। ਸੀਸ ਉਵੇਂ ਚੁੱਕਿਆ ਹਰਗੋਬਿੰਦ ਪਾਤਸ਼ਾਹ ਦਾ ਇਤਿਹਾਸ ਹੈ। ਜਸਵੰਤ ਸਿੰਘ ਨੇਗੀ ਲਿਖਦੇ ਨੇ। ਮਾਂ ਕਹਿੰਦੀ, ਹੁਣ ਕੀ? ਕਹਿੰਦੇ ਨੇ, ਘਰ ਦੇ ਵਿੱਚ ਭਾਵੇਂ 4 ਜਾਂ 5 ਬੱਚੇ ਹੋਣ, ਲੜਕੇ ਹੋਣ, ਪਰ ਘਰ ਦੇ ਵਿੱਚ ਕੁੜੀ ਨਾ ਹੋਵੇ ਨਾ ਤੇ ਘਰ ਖਾਲੀ ਖਾਲੀ ਨਜ਼ਰ ਆਉਂਦਾ ਹੈ। ਕੁੜੀ ਇੱਕ ਘਰ ਦੀ ਰੌਣਕ ਹੈ। ਵਿਹੜੇ ਜਦ ਖੇਲਦੀ ਹੈ, ਉਹਦਾ ਇੱਕ ਆਪਣਾ ਹੀ ਰੰਗ ਹੁੰਦਾ ਹੈ, ਜਿਹਨੂੰ ਮੈਂ ਲਫ਼ਜ਼ਾਂ ਰਾਹੀਂ ਨਹੀਂ ਕਹਿ ਸਕਦਾ। ਜਿਹੜੇ ਧੀਆਂ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਏਗਾ। ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਮੈਂ ਖਾਲੀ ਕਥਾ ਕਰਕੇ, ਸਾਡਾ ਇਹ ਮਕਸਦ ਨਹੀਂ ਕਿ ਕਥਾ, ਮੈਂ ਕਹਿੰਦਾ ਕਥਾ ਦੇ ਰਾਹੀਂ ਆਪਣੇ ਜੀਵਨ ਦੇ ਵਿੱਚ ਵੀ ਇੱਕ ਹੁੰਦੀ ਹੈ ਅੰਦਰੂਨੀ ਕਥਾ, ਇੱਕ ਬਹਿਰੂਨੀ ਹੁੰਦੀ ਹੈ। ਬਹਿਰੂਨੀ ਤੇ ਜਿਹੜੀ ਅਸੀਂ ਕਰਨੇ ਆ, ਜਿਹੜੀ ਅੰਦਰ ਨੂੰ ਜਾਵੇ, ਅਸੀਂ ਘਰ ਦੇ ਸਿਸਟਮ ਨੂੰ ਚੇਂਜ ਕਰੀਏ। ਤੇ ਫਿਰ ਉਸ ਵੇਲੇ ਦਾਤ ਬੀਬੀ ਭਾਣੀ ਜੀ ਨੇ ਕਿਹਾ, ਜਾਓ ਤੁਹਾਡੇ ਘਰ ਇੱਕ ਲੜਕੀ ਵੀ ਹੋਏਗੀ। ਫਿਰ ਜਿਹੜੀ ਬਾਕੀ ਜਿਹੜੇ 5 ਘਰ ਦੀ ਸੰਤਾਨ ਨੇ, ਉਹ ਗੁਰੂ ਕੇ ਮਹਿਲ, ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਦੀ ਤਰਫ ਜਾਓ, ਆਪ ਕਦੀ ਜਿਹੜੇ ਦਰਸ਼ਨ ਕਰਦੇ ਹੋ ਹਰਮੰਦਰ ਸਾਹਿਬ, ਤੇ ਉਹ ਗੁਰੂ ਕੇ ਮਹਿਲ ਵਿੱਚ ਫਿਰ ਉਸ ਤੋਂ ਉਪਰੰਤ ਬੀਬੀ ਵੀਰੋ ਦਾ ਜਨਮ ਹੋਇਆ। ਉਸ ਤੋਂ ਉਪਰੰਤ ਅਣੀ ਰਾਏ ਜੀ ਦਾ, ਅਟਲ ਰਾਏ ਜੀ ਦਾ, ਸੂਰਜਮਲ ਦਾ, ਤੇ ਫਿਰ ਜਦੋਂ ਪ੍ਰਕਾਸ਼ ਹੋਇਆ, ਕਿਉਂਕਿ ਲਫ਼ਜ਼ਾਂ ਵਿੱਚ ਸਾਨੂੰ ਜਨਮ ਕਹਿਣਾ ਪੈਂਦਾ ਹੈ ਵਕਤੀ ਤੌਰ ਤੇ, ਕਿਉਂਕਿ ਗੁਰੂ ਤੇ ਜਨਮ ਮਰਨ
ਤੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਤੇ ਮਹਾਰਾਜ ਹਰਮੰਦਰ ਸਾਹਿਬ ਵਿੱਚ ਆਸਾ ਦੀ ਵਾਰ ਸਰਵਨ ਕਰ ਰਹੇ ਸਨ। ਸਮਾਪਤੀ ਹੋਈ, ਸਿੱਖ ਨੇ ਆ ਕੇ ਕਿਹਾ ਤੁਹਾਡੇ ਘਰ ਲਾਲ ਆਇਆ ਹੈ। ਮਹਾਰਾਜ ਨੇ ਸਮਾਪਤੀ ਉਪਰੰਤ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੂੰ, ਸੰਗਤਾਂ ਨੂੰ ਨਾਲ ਲੈ ਕੇ ਜਿੱਥੇ ਗੁਰੂ ਕੇ ਮਹਿਲ ਹਨ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਸ ਸਥਾਨ ਤੇ ਪਹੁੰਚੇ। ਨਵੇਂ ਜਨਮੇ ਹੋਏ ਬਾਲਕ ਨੂੰ, ਕੁਝ ਚੰਦ ਘੰਟਿਆਂ ਦਾ ਬਾਲਕ ਸੀ, ਮਹਾਰਾਜ ਨੇ ਆਪਣੇ ਕਰ ਕਮਲਾਂ ਵਿੱਚ ਲੈ ਲਿਆ। ਸਭ ਤੋਂ ਪਹਿਲਾਂ ਤੇ ਮੱਥਾ ਚੁੰਮਿਆ, ਫਿਰ ਸੀਸ ਝੁਕਾਇਆ ਤੇ ਫਿਰ ਮਹਾਰਾਜ ਦੇ ਚਰਨ ਵੀ ਚੁੰਮੇ। ਇਤਿਹਾਸ ਹੈ, ਸੰਗਤਾਂ ਸਾਰੀਆਂ ਦੇਖ ਰਹੀਆਂ ਸਨ। ਐਕਚੁਅਲੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੀ ਨਾਮ ਰੱਖਿਆ ਸੀ ਤਿਆਗਮਲ। ਅੱਗੇ ਚੱਲ ਕੇ ਜੰਗ ਦੇ ਵਿੱਚ ਮਹਾਰਾਜ ਨੇ ਫਿਰ ਇਸ ਨਾਮ ਨੂੰ ਤੇਗ ਬਹਾਦਰ ਕਹਿ ਦਿੱਤਾ, ਜੋ ਆਪ ਬੜੇ ਪਿਆਰ ਸ਼ਰਧਾ ਦੇ ਨਾਲ, ਕਿਉਂਕਿ ਇਹ ਫਾਰਸੀ ਦਾ ਅੱਖਰ ਹੈ, ਤੇਗ ਤੇ ਬਹਾਦਰ। ਬਾਕੀ ਜਿੰਨੇ ਗੁਰੂਆਂ ਦੇ ਨਾਮ ਨੇ ਨਾ, ਸਭ ਹਿੰਦੀ ਜਾਂ ਗੁਰਮੁਖੀ ਵਿੱਚ ਨੇ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਦੇਵ ਹਿੰਦੀ ਤੋਂ ਹੀ ਆਇਆ ਨਾ, ਹਰ ਰਾਏ ਜੀ। ਪਰ ਇਹ ਜਿਹੜਾ ਨਾਮ ਸੀ ਇਹ ਫਾਰਸੀ ਸੀ, ਤੇਗ ਬਹਾਦਰ। ਇਹਦੀ ਬਾਬਤ ਚੰਡੀ ਦੀ ਵਾਰ ਵਿੱਚ ਰੋਜ਼ ਆਪ ਅਰਦਾਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਚਨ ਪੜ੍ਹਦੇ ਹੋ, ਤੇਗ ਬਹਾਦਰ ਸਿਮਰੈ ਘਰ ਨੋ ਨਿਧ ਆਵੇ ਤਾਰੇ, ਸਭ ਥਾਈ ਹੋਏ ਸਹਾਰੇ। ਮਹਾਰਾਜ ਕੋਲੋਂ ਸੰਗਤਾਂ ਆਪਸ ਵਿੱਚ ਵਿਚਾਰ ਕਰ ਰਹੀਆਂ ਨੇ ਕਿ ਪਾਤਸ਼ਾਹ ਨੇ ਬਾਕੀ ਵੀ ਘਰ ਦੇ ਵਿੱਚ ਔਲਾਦ ਹੋਈ ਹੈ, ਪਰ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਇਆ ਤੇ ਪੈਰ ਨਹੀਂ ਚੂਮੇ। ਪਰ ਸੰਗਤਾਂ ਕਹਿੰਦੀਆਂ ਇਹਨਾਂ ਦੇ ਘਰ ਦਾ ਮਾਮਲਾ ਹੈ। 8, 10, 15 ਦਿਨ ਨਿਕਲੇ, ਸੰਗਤਾਂ ਨੇ ਫਿਰ ਇੱਕ ਆਪਰੇਸ਼ਨ ਰੱਖਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਮਹਾਰਾਜ ਉਸ ਬਾਲਕ ਨੂੰ ਤੇ ਤਿਆਗਮਲ ਨੂੰ ਆਪ ਜੀ ਨੇ ਚਰਨ ਵੀ ਚੁੰਮੇ ਤੇ ਸੀਸ ਵੀ ਝੁਕਾਇਆ ਹੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦਈਏ, ਇਹਦੇ 2 ਕਾਰਨ ਸਨ। ਸਭ ਤੋਂ ਪਹਿਲਾ ਕਾਰਨ ਕਿ ਇਹਨਾਂ ਦੇ ਘਰ ਉਸ ਬੱਚੇ ਨੇ ਜਨਮ ਲੈਣਾ ਹੈ ਜਿਨ੍ਹਾਂ ਨੇ ਮੁਗਲਾਂ ਦੀ ਅੰਸ਼ ਨੂੰ ਮਿਟਾਉਣਾ ਹੈ। ਉਹ ਸੂਰਵੀਰ ਪੈਦਾ ਹੋਏਗਾ ਇਹਨਾਂ ਦੇ ਘਰ। तेज प्रचंड तुरंड खलखंड इसके ग्रह सुत बलवंड। हरगोबिंद पातशाह दे ये बचन ने जो बाणी च नहीं, सूर्य प्रकाश की कथा होती है ना, उहदे विच आउंदा है। एक सूरवीर ने इन्हां दे घर जन्म लेना है। ते दूजा कारण यह वे ਜਦੋਂ ਇਹਨਾਂ ਨੇ ਗੱਦੀ ਤੇ ਬਹਿਣਾ, ਉਸ ਵੇਲੇ ਗੁਰੂ ਨੇ ਇਹ ਜਿਹੜੇ 5 ਪੈਸੇ ਉਹ ਨਰੇਲ ਦੀ ਪ੍ਰਥਾ ਹੈ ਨਾ, ਇਹ ਇਹਨਾਂ ਦੀ ਉਸ ਵੇਲੇ ਕਿਸੇ ਨੇ ਨਿਭਾਉਣੀ ਨਹੀਂ। ਤੁਸੀਂ ਦੇਖੋ ਸਾਰੇ ਪਾਤਸ਼ਾਹੀਆਂ ਦੀ ਇੱਕ ਮਰਿਆਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਦੇ ਜਦੋਂ ਗੁਰਦਾ ਗੱਦੀ ਦੇਣੀ ਸੀ ਤੇ 5 ਪੈਸੇ ਨਰੇਲ ਰੱਖ ਕੇ ਪਰਿਕਰਮਾ ਕੀਤੀ ਸੀ ਤੇ ਸੀਸ ਵੀ ਝੁਕਾਇਆ ਸੀ। ਸਤਿ ਵਾਹਿਗੁਰੂ। ਵੀਰ ਜੀ ਜਰਾ ਪਲੀਜ਼
ਅਸੀਂ ਕਹੋਗੇ ਉਦੋਂ ਸਮਾਪਤੀ ਕਰ ਦਾਂਗੇ, ਸਾਨੂੰ ਕੋਈ ਐਸੀ ਗੱਲ ਨਹੀਂ ਹੈ। ਤੇ ਥੋੜਾ ਜਿਹਾ ਇਕਾਗਰਤਾ ਆਪ ਜੀ ਦੀ ਚਾਹੀਦੀ ਹੈ ਬਸ, ਕਿਉਂਕਿ ਜੇ ਸੁਧ ਖਿਣ ਗਈ ਤੇ ਫਿਰ ਗੱਲ ਖਤਮ ਹੋ ਜਾਂਦੀ ਹੈ। ਸਾਡੀ ਭਾਵਨਾ ਹੁੰਦੀ ਹੈ ਘਰੋਂ ਤੁਸੀਂ ਵੀ ਸਮਾਂ ਕੱਢਿਆ, ਕੋਈ ਮਾਇਆ ਲਾ ਕੇ ਆਏ ਵੀ ਹੋ, ਤੇ ਇੱਥੇ ਆ ਕੇ ਜੇ ਇਕਾਗਰਤਾ ਨਾ ਬਣੀ, ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਚੀ। ਤੁਹਾਡੀ ਇਕਾਗਰਤਾ ਹੋਏਗੀ ਤੇ ਅਸੀਂ ਬੋਲ ਪਾਵਾਂਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪ੍ਰਿਯਤਤ ਹੈ, ਜਦੋਂ ਹਰਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਤੇ ਉਸ ਵੇਲੇ ਜਿਸ ਗੁਰੂ ਨੂੰ ਪਦਵੀ ਦੇਣੀ ਸੀ ਗੁਰਤਾ ਗੱਦੀ, ਉਸ ਵੇਲੇ ਗੁਰੂ ਬਿਰਾਜਮਾਨ ਨਹੀਂ ਸੀ, ਤੇ ਮਹਾਰਾਜ ਨੇ 5 ਪੈਸੇ ਨਰੇਲ ਦੇ ਕੇ ਸਿੱਖ ਨੂੰ ਬਾਬੇ ਬਕਾਲੇ ਦੀ ਧਰਤੀ ਤੇ ਭੇਜ ਦਿੱਤਾ। ਬਾਬਾ ਬਸੇ ਗ੍ਰਾਮ ਬਕਾਲੇ, ਤੇ ਮਹਾਰਾਜ ਨੇ ਕਿਹਾ ਇਹ ਚੀਜ਼ ਮੈਂ ਪਹਿਲਾਂ ਹੀ ਇਸ ਪ੍ਰਥਾ ਨੂੰ ਨਹੀਂ ਕਰ ਰਿਹਾ, ਕਿਉਂਕਿ ਇਹਨਾਂ ਨੂੰ ਉਹ ਸੁਭਾਗ ਨਹੀਂ ਮਿਲਣਾ। ਕਈ ਵਾਰੀ ਇਹਦੇ ਉੱਤੇ ਬੰਦਾ ਕਿੰਤੂ ਪਰੰਤੂ ਵੀ ਕਰ ਦਿੰਦਾ ਹੈ ਕਿ ਇਹ ਪਹਿਲਾਂ ਕਿਸ ਤਰ੍ਹਾਂ ਕੋਈ ਕਹਿ ਸਕਦਾ ਹੈ। ਇਤਿਹਾਸ ਨੇ, ਬੀਬੀ ਭਾਣੀ ਜੀ ਦਾ ਇਤਿਹਾਸ ਵੇਖੋ, ਗੁਰੂ ਅਮਰਦਾਸ ਪਾਤਸ਼ਾਹ ਨੇ ਸਾਰਾ ਸਾਕਾ ਚਮਕੌਰ ਦਾ, ਸਰੰਦ ਦਾ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਾਰੀ ਇਹ ਉਹਨਾਂ ਨੂੰ ਦਿਖਾ ਦਿੱਤਾ ਸੀ। ਬੜੇ ਇਤਿਹਾਸ ਨੇ। ਭਾਈ ਆਦਮ ਆਇਆ ਸੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੁੱਤਰ ਦੀ ਦਾਤ ਲੈਣ ਵਾਸਤੇ, ਤੇ ਮਹਾਰਾਜ ਨੇ ਕਿਹਾ ਜਾ ਤੇਰੇ ਘਰ ਔਲਾਦ ਹੋਏਗੀ। ਉਮਰ ਵਡੇਰੀ ਸੀ, ਤੇ ਉਹਦੀ ਘਰ ਵਾਲੇ ਕਹਿੰਦੀ ਮਹਾਰਾਜ ਕਈ ਆਏ ਕਈ ਕਹਿ ਗਏ, ਪਰ ਕਹਿਣ ਔਰ ਕਥਨੀ ਵਿੱਚ ਫਰਕ ਹੈ। ਮਹਾਰਾਜ ਨੇ ਕਿਹਾ ਜਾਓ ਫਿਰ, ਪੁੱਤਰ ਲੋਕੀਆਂ ਦੇ ਘਰਾਂ ਵਿੱਚ ਹੁੰਦਾ, ਬਾਅਦ ਵਿੱਚੋਂ ਨਾਮ ਰੱਖਦੇ ਨੇ, ਅਸੀਂ ਤੁਹਾਡੇ ਪੁੱਤਰ ਦਾ ਨਾਮ ਪਹਿਲਾਂ ਰੱਖ ਦਿੰਦੇ ਹਾਂ, ਜਿਸ ਦਾ ਨਾਮ ਭਾਈ ਭਗਤ ਸੀ। ਸਾਡੇ ਘਰ ਮਹਾਰਾਜ ਕਹਿੰਦੇ ਨੇ 4 ਪੁੱਤਰ ਹੋਣੇ ਸਨ, ਅਸੀਂ 3, ਸਾਡੇ ਬਾਅਦ ਚੌਥਾ ਪੁੱਤਰ ਜਿਹੜਾ ਹੋਏਗਾ ਤੁਹਾਡੇ ਘਰ ਹੋਏਗਾ। ਇਹ ਪਹਿਲਾਂ ਹੀ ਮਹਾਰਾਜ ਨੇ ਸੰਕੇਤ, ਬੜੀਆਂ ਉਦਾਹਰਨਾਂ ਨੇ, ਮੈਂ ਤਾਂ ਇੱਕ ਐਗਜ਼ਾਮਪਲ ਦੇ ਰਿਹਾ। तो ऐसे गुरु ने गुरु तेग बहादुर साहब महाराज ਨੂੰ ਤਾਲੀਮ ਵਾਸਤੇ ਬਾਬਾ ਬੁੱਢਾ ਜੀ ਕੋਲ ਭੇਜਿਆ। 10 ਸਾਲ ਵਿੱਚ ਉਹਨਾਂ ਨੇ ਜਿੱਥੇ ਦੁਨਿਆਵੀ ਵਿਦਿਆ, ਉੱਥੇ ਹੋਰ ਭਾਸ਼ਾਵਾਂ ਵੀ, ਗੁਰਮਤਿ ਦਾ ਗਿਆਨ, ਆਤਮਿਕ ਗਿਆਨ, ਈਵਨ ਸ਼ਸਤਰ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਗੁਰੂ ਤੇਗ ਬਹਾਦਰ ਬਾਬਾ ਜੀ ਨੂੰ ਸਿਖਾਈ ਹੈ। ਉਧਰ ਇਤਿਹਾਸ ਵੱਲ ਆ ਜਾਈਏ। ਸਨ 1665 ਦੀ ਗੱਲ ਹੈ। ਮਹਾਰਾਜ ਦਾ ਪ੍ਰਕਾਸ਼ ਹੋਇਆ 1621 ਵਿੱਚ। 1675 ਵਿੱਚ ਸ਼ਹਾਦਤ ਹੋਈ ਹੈ 11 ਨਵੰਬਰ, ਜੋ ਇਤਿਹਾਸ ਦੀ ਡੇਟ ਹੈ। 1675 ਦਿੱਲੀ ਦੇ ਚਾਂਦਨੀ ਚੌਕ ਵਿਖੇ। 1665 ਦੇ ਵਿੱਚ ਮੁਗਲਾਂ ਦਾ ਬਾਦਸ਼ਾਹ औरंगजेब तखत ते बैठा। नाम ते पहला कुछ और सी, मोहम्मद मुहिद्दीन ये नाम सी ਇਹਦਾ, पर जदों तखत ते बैठा इसने अपना नाम चेंज कर लिया, औरंगजेब कर दिता। औरंग ਹੁੰਦਾ तखत ਤੇ जेब ਹੁੰਦਾ ਸ਼ਿੰਗਾਰ। ਇਹ ਵੈਸੇ ਜਿਹੜਾ ਜੇਵਰ ਹੈ ਨਾ, ਜੇਬ ਤੋਂ ਹੀ ਆਇਆ। ਜਿਹੜਾ ਲੇਡੀਜ਼ ਜੇਵਰ ਪਾਉਂਦੀਆਂ ਨੇ ਨਾ, ਇਹ ਜੇਬ ਹੀ ਇੱਕ ਫਾਰਸੀ ਦਾ। ਔਰੰਗਜ਼ੇਬ ਭਾਵ ਤਖਤ ਦਾ ਸ਼ਿੰਗਾਰ। ਪਰ ਸਭ ਤੋਂ ਕਪਟੀ, ਜ਼ਾਲਮ, ਐਸਾ ਬਾਦਸ਼ਾਹ ਕਦੀ ਕੋਈ ਬੈਠਾ ਨਹੀਂ ਸੀ ਜੋ ਇਸਨੇ ਕਾਰਜ ਕੀਤੇ ਹਨ। ਮੈਂ ਇਤਿਹਾਸ ਪੜ੍ਹ ਰਿਹਾ ਸੀ, ਇੱਕ ਵਾਰੀ ਸਾਰਾ ਪਰਿਵਾਰ, ਸ਼ਾਹਜਹਾਂ, ਭੈਣ ਜਹਾਂਆਰਾ ਤੇ ਹੋਰ 3 ਭਰਾ ਕਿਸੇ ਮਦਰਸੇ ਵਿੱਚ ਗਏ। ਸ਼ਾਤਰ ਸੀ ਬੜਾ, ਸਾਰੇ ਅੰਦਰ ਤੇ ਇਹ ਬਾਹਰ ਜੋੜਿਆਂ ਤੇ ਬੈਠਾ। ਔਰੰਗਜ਼ੇਬ ਛੋਟਾ ਸੀ, ਪਰਿਵਾਰ
ਬਾਹਰ ਜਦੋਂ ਅੰਦਰ ਮਦਰਸੇ ਤੋਂ ਬਾਹਰ ਆਇਆ ਤੇ ਸ਼ਾਹਜਹਾਨ ਨੇ ਪੁੱਛਿਆ, ਔਰੰਗਜ਼ੇਬ ਤੂੰ ਬਾਹਰ ਖੜਾ ਹੈ? ਤੇ ਉਹਦੇ ਅਲਫਾਜ਼ ਪਤਾ ਕੀ ਸਨ? ਉਹ ਕਹਿੰਦਾ ਹੈ, ਅਬੂ ਅੱਲਾ ਜੇ ਕੁਝ ਹੋ ਜਾਂਦਾ ਅੰਦਰ ਕੁਝ, ਤੁਸੀਂ ਸਾਰੇ ਮਰ ਜਾਂਦੇ ਤੇ ਫਿਰ ਇਸ ਤਖਤ ਨੂੰ ਕਿੰਨੇ ਸੰਭਾਲਣਾ ਸੀ? ਜਿਹਦੀ ਸੋਚ ਇਹੋ ਜਿਹੀ ਹੋਏ ਉਹ ਕਿਤਨਾ ਕੁ ਧਾਰਮਿਕ ਹੋ ਸਕਦਾ ਹੈ। ਬੈਠਦਿਆਂ ਹੀ ਉਹਨੇ ਤਿੰਨੋਂ ਭਰਾਵਾਂ ਦਾ ਕਤਲ ਕਰਾ ਦਿੱਤਾ। ਜਹਾਂਆਰਾ ਭੈਣ ਸੀ, ਉਹਦੀ ਸ਼ਾਦੀ ਨਹੀਂ ਹੋਣ ਦਿੱਤੀ, ਈਵਨ ਉਹਨੂੰ ਹੀ ਮਰਵਾ ਦਿੱਤਾ। ਪਿਓ ਨੂੰ ਚੁੱਕ ਕੇ ਆਗਰੇ ਦੀ ਜੇਲ੍ਹ ਵਿੱਚ ਬੰਦ ਕਰਾ ਦਿੱਤਾ। ਉਹਨੂੰ ਪਾਣੀ ਔਰ ਰੋਟੀ ਤੋਂ ਮੁਤਾਜ ਕਰ ਦਿੱਤਾ ਪਿਓ ਨੂੰ। ਇਤਿਹਾਸ ਹੈ, ਕਿਉਂਕਿ ਇਹਦੀ ਆੜ ਲੈਣੀ ਹੈ ਤੇ ਤਾਂ ਪਤਾ ਲੱਗਦਾ ਹੈ। ਜੇਲ੍ਹ ਦੇ ਵਿੱਚ ਬੈਠਾ ਇੱਕ ਚਿੱਠੀ ਲਿਖ ਰਿਹਾ ਹੈ, ਪੱਤਰਕਾਰ, ਲੈਟਰ ਕਹਿ ਲੋ, ਆਪਣੇ ਪੁੱਤਰ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਤੇਰੇ ਤੋਂ ਹਿੰਦੂ ਲੋਕ ਚੰਗੇ ਨੇ, ਜਿਹੜੇ ਆਪਣੇ ਮਰਨ ਤੋਂ ਬਾਅਦ ਪਿਤਰਾਂ ਨੂੰ ਘੱਟੋ ਘੱਟ ਹਰ ਸਾਲ ਕੋਈ ਨਾ ਕੋਈ ਲੰਗਰ ਜਾਂ ਕੁਝ ਕਰਦੇ ਨੇ, ਪਰ ਤੂੰ ਇਤਨਾ ਨਿਰਦਈ ਕਹਿ ਲੋ, ਇਤਨਾ ਤੂੰ ਕਪਟ ਕੀਤਾ ਹੈ। ਤੂੰ ਇੱਕ ਪਿਓ ਨੂੰ ਤੂੰ ਪਾਣੀ ਤੋਂ ਤਰਸਾ ਰਿਹਾ ਹੈ। ਇਹਦਾ ਤੈਨੂੰ ਉਸ ਦਰਗਾਹ ਦੇ ਵਿੱਚ ਸਾਥ ਦੇਣਾ ਪਏਗਾ। ਜਦ ਪੱਤਰਕਾਰ ਪੜ੍ਹੀ, ਉਸਨੇ ਉਹਦਾ ਜਵਾਬ ਦਿੱਤਾ। ਜਦ ਸ਼ਾਹਜਹਾਨ ਨੇ ਜਵਾਬ ਪੜਿਆ, ਕਹਿਣ ਲੱਗਾ, ਅਰੇ ਬਾਪੂ, ਇਹ ਅੱਬੂ, ਤੂੰ ਕਿਤਨਾ ਮੂਰਖ ਹੈ। ਜਿਸ ਸ਼ਾਹੀ ਦੇ ਨਾਲ ਤੂੰ ਲਿਖ ਕੇ ਮੈਨੂੰ ਪੱਤਰਕਾ ਲਿਖੀਏ, ਚੰਗਾ ਹੁੰਦਾ ਉਹ ਪੀ ਕੇ ਆਪਣੀ ਪਿਆਸ ਬੁਝਾ ਲੈਂਦਾ। ਇਹ ਜਦੋਂ ਬੈਠਾ ਹੈ ਨਾ, ਹਿੰਦੁਸਤਾਨ ਦੇ ਸਾਰੇ ਮੰਦਿਰਾਂ ਨੂੰ ਤਾਲੇ ਲਾ ਦਿੱਤੇ। ਸੋਮਨਾਥ ਦਾ ਮੰਦਿਰ, ਜਗਨਨਾਥਪੁਰੀ ਦਾ, ਵੱਡੇ ਵੱਡੇ ਮੰਦਿਰ ਜਿੰਨੇ ਵੀ ਸਨ। ਤੁਹਾਨੂੰ ਪਤਾ ਹੋਣਾ ਹੈ, ਇਹ ਜਿਹੜੀ ਬਾਬਰੀ ਮਸਜਿਦ ਦਾ ਮਸਲਾ ਉਦੋਂ ਦਾ ਹੀ ਚੱਲਦਾ ਪਿਆ ਸੀ, ਇਹ ਤੇ ਹੁਣ ਸੋ ਲੱਭਦਾ ਹੈ। ਪਰ ਕਿਸੇ ਵੀ ਹਿੰਦੂ ਭਰਾ ਨੇ ਹੱਕ ਦੀ ਆਵਾਜ਼ ਵਾਸਤੇ ਕੁਝ ਆਵਾਜ਼ ਨਹੀਂ ਉਠਾਈ, ਬਈ ਇਹ ਸਾਡੇ ਧਰਮ ਵਾਸਤੇ ਬੜਾ ਗਲਤ ਹੋ ਰਿਹਾ ਹੈ। ਉਸਨੇ ਵੇਖਿਆ, ਔਰੰਗਜ਼ੇਬ ਨੇ, ਇਹ ਤੇ ਕੌਮ ਹੀ ਬਿਲਕੁਲ ਗਈ ਗੁਜ਼ਰੀ ਹੈ। ਜਿਹੜੀ ਕੌਮ ਆਪਣੇ ਧਰਮ ਵਾਸਤੇ, ਆਪਣੇ ਹੱਕਾਂ ਵਾਸਤੇ ਨਹੀਂ ਲੜਦੀ, ਉਹ ਕੌਮ ਕਦੀ ਵੀ ਨਾਸ਼ ਹੋ ਸਕਦੀ ਹੈ। ਇਹ ਪਾਰਸੀ ਨੇ ਨਾ ਕਿਤਨਾ ਧਰਮ ਫੈਲਿਆ ਸੀ, ਪਰ ਕੋਈ ਕੁਰਬਾਨੀ, ਕੋਈ ਬਲੀਦਾਨੀ, ਕੋਈ ਹੱਕ ਵਾਸਤੇ ਬੋਲਣ ਵਾਸਤੇ ਕਿਸੇ ਨੇ ਆਵਾਜ਼ ਨਹੀਂ ਉਠਾਈ ਤੇ ਪਾਰਸੀ ਇੱਥੋਂ ਕਰੀਬ ਕਰੀਬ ਖਤਮ ਹੋ ਚੁੱਕਾ ਹੈ। ਜੈਨ ਧਰਮ ਬੜਾ ਸੀ, ਟਾਵਾ ਰਹਿ ਗਿਆ, ਕਿਉਂਕਿ ਧਰਮ ਦੀ ਨੀਂਵ ਕੁਰਬਾਨੀ ਤੇ ਖੜੀ ਹੁੰਦੀ ਹੈ, ਗੱਲੀ ਬਾਤੀ ਨਹੀਂ। ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਗੁਰੂ ਅਰਜਨ ਦੇਵ ਮਹਾਰਾਜ? ਕਿਉਂਕਿ ਹੱਕ ਦੇ ਪਿੱਛੇ ਬੋਲਣ ਵਾਸਤੇ ਇਹ ਕੋਈ ਵਿਰਲਾ ਹੀ ਕਰਦਾ ਹੈ। ਬੋਧੀ ਧਰਮ ਵੀ ਹਿੰਦੁਸਤਾਨ ਤੋਂ ਸ਼ੁਰੂ ਹੋਇਆ, ਖਤਮ ਹੀ ਹੋ ਗਿਆ। ਸਿੱਖ 550 ਸਾਲ ਹੋ ਗਏ ਨੇ। ਮੈਂ ਉਸ ਦਿਨ ਵਿਚਾਰ ਸੋਚ ਰਿਹਾ ਸੀ, ਮੈਂ ਕਿਹਾ ਇਹ ਅੱਜ ਤੱਕ ਹੱਕਾਂ ਦੀ ਲੜਾਈ ਵਾਸਤੇ ਕਦੀ ਪਿੱਛੇ ਨਹੀਂ ਹਟੇ। ਤੁਸੀਂ ਦੱਸੋ, ਅੱਜ ਤੱਕ ਸਿੱਖ ਰੋਡਾਂ ਦੇ ਉੱਤੇ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ ਹੋਵੇ, ਕੋਈ ਮੰਦਿਰ ਢਾਇਆ ਹੋਵੇ, ਕੋਈ ਮਸਜਿਦ ਢਾਈ ਹੋਵੇ? ਦੱਸੋ ਇੱਕ ਵੀ ਮਿਸਾਲ। ਜਾਂ ਰੋਇਟਸ ਕੀਤੇ ਹੋਣ, ਕਿਸੇ ਦੇ ਘਰ-ਬਾਰ ਲੁੱਟਿਆ ਹੋਇਆ, ਕਿਸੇ ਦੀ ਇੱਜ਼ਤ ਲੁੱਟੀ ਹੋਵੇ? ਜਦੋਂ ਵੀ ਸਿੱਖ ਰੋਡਾਂ ਤੇ ਆਏ ਨੇ, ਜਾਂ ਤੇ ਉਹਨਾਂ ਦੇ ਗੁਰੂ ਦੇ ਉੱਤੇ ਕਿਸੇ ਨੇ ਟਿੱਪਣੀ ਕੀਤੀ ਹੈ, ਤੇ ਜਾਂ ਉਹਨਾਂ ਦੇ ਹੱਕ ਨੂੰ ਮਾਰਨ ਦਾ ਯਤਨ ਕੀਤਾ ਹੈ। ਭਾਵੇਂ 2% ਹੈ, ਅਸੀਂ ਪੂਰੇ ਆਲ
ओवर वर्ल्ड ਦੇ ਅੰਦਰ ਮੈਂ ਕਹਾਂਗਾ ਸਿੱਖ ਦੀ ਪਹਿਚਾਨ ਹੈ ਔਰ ਬੜੇ ਆਏ ਨੇ ਇਸ ਧਰਮ ਨੂੰ ਖਤਮ ਕਰਨ ਵਾਸਤੇ ਪਰ ਖਤਮ ਨਹੀਂ ਕਿਉਂ ਕਿਉਂਕਿ ਇਹ ਧਰਮ ਕੋਈ ਗੱਲਾਂ ਦੇ ਉੱਤੇ ਨਹੀਂ ਖੜਾ ਹੋਇਆ ਕੋਈ ਬੁਜ਼ਦਿਲੀ ਦਾ ਨਾਮ ਨਹੀਂ ਹੈ ਅੱਜ ਵੀ ਹੱਕਾਂ ਦੀ ਲੜਾਈ ਲੜਦੇ ਜਿੰਦੀ ਜਾਗਦੀ ਮਿਸਾਲ ਹੈ ਜਿਹੜੀ ਅਸੀਂ ਹੁਣੇ ਜਿੱਤ ਪਾਈ ਹੈ ਕਿਸਾਨਾਂ ਦੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਸਤਨਾਮ ਸ੍ਰੀ ਵਾਹਿਗੁਰੂ ਹੱਕ ਦੀ ਲੜਾਈ ਸੀ ਨਾ ਸਰਕਾਰਾਂ ਨੂੰ ਘੁਟਨੇ ਟੇਕਣੇ ਪਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਨੇ ਪਾ ਕੇ ਸਾਨੂੰ ਦੱਸਿਆ कि पहला मरण कबूल जीवन की छड़ आस हो सबना की रेणुका तो आओ हमारे पास सब मंदिरां नूं ताले और इतना कहर मचा रखिया सी उसने तुसी देखो 84 दे रॉयट्स होए अकाल तख्त ढाया गया ना जेड़े साडी उम्र दे उन्हां नूं तां पता भी बाकियां ने ते सुनिया 84 ਦੇ ਅੰਦਰ ਅਕਾਲ ਤਖਤ ਸਾਹਿਬ ਬਿਲਕੁਲ ਢਹਿ ਢੇਰੀ ਕਰ ਦਿੱਤਾ ਸੀ 85 ਵਿੱਚ ਗਵਰਨਮੈਂਟ ਨੇ ਬਾਬਾ ਬੁੱਢਾ ਜੀ ਦਾ ਦਲ ਹੈ ਸੰਤਾ ਸਿੰਘ ਨਾਲ ਮਿਲ ਕੇ ਨਾ ਗਵਰਨਮੈਂਟ ਨੇ ਆਪਣੇ ਖਰਚੇ ਤੇ 85 ਵਿੱਚ ਦੁਬਾਰਾ ਤਿਆਰ ਕੀਤਾ ਅਕਾਲ ਤਖਤ ਸਿੱਖਾਂ ਦੇ ਇਸ ਤਰ੍ਹਾਂ ਕਹ ਲੋ ਕਿ ਜ਼ਖਮਾਂ ਦੇ ਉੱਤੇ ਮਰਹਮ ਲਗਾਉਣ ਦਾ ਕੰਮ ਕਰਨ 86 ਦੇ ਅੰਦਰ ਸਾਨੂੰ ਯਾਦ ਹੈ ਦਾਸ ਤੇ ਵੀ 21 ਸਾਲ ਦਾ ਸੀ ਕਈ ਸਾਡੇ ਤੋਂ ਵੱਡੇਰੀ ਉਮਰ ਬੈਠੇ ਨੇ ਉਹਨਾਂ ਨੂੰ ਪਤਾ ਹੈ ਇੱਕ 86 ਦੇ ਅੰਦਰ ਹਰਮੰਦਰ ਸਾਹਿਬ ਦੇ ਵਿੱਚ ਇੱਕ ਸਰਬਤ ਖਾਲਸਾ ਇਕੱਠਾ ਹੋਇਆ ਸੀ ਔਰ ਪੂਰੇ ਆਲ ਓਵਰ ਵਰਲਡ ਤੋਂ ਬੁੱਧੀਮਾਨ ਜੀਵ ਉੱਥੇ ਆਏ ਸਨ ਤੇ ਵਿਚਾਰ ਹੋਈ ਸੀ ਕਿ ਜਿਹੜਾ ਅਕਾਲ ਤਖਤ ਸਰਕਾਰੀ ਖਰਚੇ ਤੇ ਬਣਿਆ ਗੁਰੂ ਘਰ ਦੇ ਖਰਚੇ ਦੇ ਨਾਲ ਹੀ ਕਾਰ ਸੇਵਾ ਦੇ ਨਾਲ ਤਿਲ ਫੁੱਲ ਦੇ ਨਾਲ ਹੀ ਇਹ ਇਮਾਰਤਾਂ ਬਣਦੀਆਂ ਨੇ ਤੁਸੀਂ ਦੇਖੋ ਅਕਬਰ ਵੀ ਆਇਆ ਸੀ ਨਾ ਅਮਰਦਾਸ ਜੀ ਦੇ ਦਰਬਾਰ ਵਿੱਚ ਲੰਗਰ ਪ੍ਰਥਾ ਵੇਖ ਕੇ ਖੁਸ਼ ਹੋਇਆ ਕਹਿਣ ਲੱਗਾ ਲੰਗਰ ਦੀ ਸੇਵਾ ਸਾਰੀ ਮੈਨੂੰ ਦੇ ਦਿਓ ਮਾਰੇ ਕਹਿੰਦੇ ਨੇ ਕਿਸੇ ਦੀ ਜਾਗੀਰ ਨਹੀਂ ਹੈ ਇੱਥੇ ਤੇ ਤੁਸੀਂ 1 ਰੁਪਿਆ 2 ਰੁਪਏ 10 20 ਪਾਉਂਦੇ ਹੋ ਨਾ ਇਹ ਘਰ ਇਸ ਤਰ੍ਹਾਂ ਚੱਲਦੇ ਨੇ ਗੁਰੂ ਨੂੰ ਲੋੜ ਨਹੀਂ ਜੇ ਅਸੀਂ ਸੋਚੀਏ ਕਿ ਅਸੀਂ ਵੱਡਾ ਨੋਟ ਕੱਟ ਕੇ ਤੇ ਗੁਰੂ ਨੂੰ ਕੁਝ ਕਰ ਰਹੇ ਹਾਂ ਇਹ ਸਾਡੇ ਵਰਗੇ ਆਣਗੇ ਉਹਨਾਂ ਵਾਸਤੇ ਹੀ ਲੱਗੇਗਾ ਕੋਈ ਯਾਤਰੂ ਆਏਗਾ ਕੋਈ ਇੱਥੇ ਉਹਦੇ ਕਾਰਜ ਹੋਣਗੇ 86 ਦੇ ਵਿੱਚ ਸਰਬਤ ਖਾਲਸਾ ਨੇ ਇੱਕ ਫੈਸਲਾ ਲਿਆ ਕਿ ਇਸ ਨੂੰ ਢੇਰੀ ਕੀਤਾ ਜਾਵੇ ਇਹਨੂੰ ਤੋੜਿਆ ਵੀ ਗਿਆ ਦੁਬਾਰਾ ਸਾਰਿਆਂ ਨੇ ਤਿਲ ਫੁੱਲ ਜਿਹੜੀ ਜਿਹਦੀ ਸ਼ਰਧਾ ਸੀ ਫਾਰਨ ਤੋਂ ਵੀ ਬੜੀ ਐਡ ਆਈ ਔਰ ਉਸ ਨੂੰ ਦੁਬਾਰਾ ਬਣਾਇਆ ਗਿਆ ਮੇਰੇ ਕਹਿਣ ਤੋਂ ਮੁਰਾਦ ਕਿ ਧਰਮ ਤਾਂ ਚੱਲਦੇ ਨੇ ਜੇ ਧਰਮ ਦੇ ਪਿੱਛੇ ਕੁਰਬਾਨੀ ਸਾਡਾ ਅਸੀਂ ਅੱਜ ਕੀ ਹੈ ਅਸੀਂ ਖਾਲੀ ਲੰਗਰਾਂ ਦੀ ਪਛਾਣ ਹੋ ਗਈ ਸਾਡੀ ਮੇਰਾ ਵਿਸ਼ਾ ਨਹੀਂ ਹੈ ਪਰ ਮੈਂ ਇਹਨੂੰ 2 ਮਿੰਟ ਵਿਸ਼ੇ ਤੋਂ ਬਾਹਰ ਨਿਕਲ ਰਿਹਾ ਜੀ ਸਿੱਖ ਬੜੇ ਲੰਗਰ ਲਾਉਂਦੇ ਨੇ ਜੀ ਵਿਪਤਾ ਪੈਣ ਤੇ ਪਿੱਛੇ ਨਹੀਂ ਹਟਦੇ ਅੱਛੀ ਗੱਲ ਹੈ ਪਰ ਮੈਂ ਕਹਿੰਦਾ ਸਾਡੀ ਪਛਾਣ ਖਾਲੀ ਇਹ ਨਹੀਂ ਰਹਿਣੀ ਚਾਹੀਦੀ ਜੀ ਸਿੱਖ ਕਿੱਥੇ ਵੀ ਹੋਏ ਲੰਗਰ ਹੀ ਲਾਉਂਦੇ ਨੇ ਨਹੀਂ ਸਾਡੀ ਪਛਾਣ ਹੋਣੀ ਚਾਹੀਦੀ ਕਿ ਸਿੱਖ ਬਾਣੀ ਬੜੀ ਪੜ੍ਹਦੇ ਨੇ ਬਾਣੀ ਪੜ੍ਹ ਕੇ ਗਿਆਨ ਹੁੰਦਾ ਹੈ ਕਿ ਵੰਡ ਛਕਣ ਵਾਲੀ ਬਖਸ਼ਿਸ਼ ਪਰ ਉਹ ਚੀਜ਼ਾਂ ਸਾਡੇ ਵਿੱਚੋਂ ਨਿਕਲ ਗਈਆਂ ਅਸੀਂ ਵਿਖਾਵੇ ਦੀ ਦੁਨੀਆ 'ਚ ਪਹੁੰਚ ਗਏ ਮੈਂ ਇਹ ਨਾ ਲੈਣਾ ਕਿ ਲੰਗਰ ਨਾ ਲਾਓ ਜੀ ਸਦਕੇ ਪਰ ਜਿਹੜਾ ਸਾਡਾ ਬੇਸ ਹੈ ਉਹ ਵੇ ਗੁਰਬਾਣੀ ਜੇ ਗੁਰਬਾਣੀ ਸਾਨੂੰ ਪਛਾਣ ਹੈ ਤੇ ਗੁਰਬਾਣੀ ਹੀ ਸਾਡਾ ਇੱਕ ਕਰੈਕਟਰ ਹੈ ਕਿਰਦਾਰ ਹੈ ਅਸੀਂ ਗੁਰਬਾਣੀ ਤੋਂ ਪਛਾਣੇ ਜਾਈਏ ਨਾ ਕਿ ਅਸੀਂ ਬੜੇ ਲੰਗਰ ਲਾਉਣ ਵਾਲੇ ਹਾਂ ਉਹ ਤੇ ਕੋਈ ਰਾਜੇ ਵੀ ਲਾ ਸਕਦੇ ਨੇ ਨਾਲ ਗੁਰਬਾਣੀ ਨਹੀਂ ਪੜ੍ਹੀ ਤੇ ਦੁਬਾਰਾ ਬਣਾਇਆ ਗਿਆ ਜਿਸ ਵੇਲੇ ਕਹਿਰ ਮਚ ਰਿਹਾ ਸੀ ਕਰੋੜਾਂ ਦੀ ਆਬਾਦੀ ਸੀ ਹਿੰਦੂ ਸਮਾਜ ਦੀ ਕੋਈ ਆਵਾਜ਼ ਉਠਾਉਣ ਵਾਲਾ ਨਹੀਂ ਇਤਿਹਾਸ ਹੈ ਔਰ ਕਿਸੇ ਵੀ ਕੇਂਦਰ ਜਿਹੜਾ ਮੇਨ ਕੇਂਦਰ ਹੁੰਦਾ ਨਾ ਉਹਨੂੰ ਖਤਮ ਕਰ ਦੋ ਧਰਮ ਆਪੇ ਹੀ ਢਹਿ ਜਾਂਦਾ ਉਹਨੇ ਕਿਹਾ ਮੈਂ ਰੋਜ਼
ਅੱਜ ਜਨੇਊ ਐਨੇ ਲਾਨਾ ਵਾ ਸਵਾ ਮਣ, ਇਹ ਇਤਿਹਾਸ ਹੈ ਨਾ। ਤੇ ਉਹ ਜਨੇਊ ਦਾ ਕਿੰਨਾ ਵਜ਼ਨ ਹੁੰਦਾ ਹੈ? ਕੋਈ ਬਾਹਮਣ ਵੈਸੇ ਉਹਦੇ ਵਿੱਚ ਵੀ ਬੜੇ ਹੈਗੇ ਨੇ, ਕੋਈ 3 ਤਾਰਾਂ ਦਾ ਪਾਉਂਦਾ ਹੈ, ਕੋਈ 5 ਦਾ, ਕੋਈ 7 ਦਾ। ਸ਼ੂਦਰ ਨੂੰ ਤੇ ਪਾਉਣ ਦਾ ਵੀ ਹੱਕ ਨਹੀਂ ਸੀ, ਚਲੋ ਇਹ ਅਲੱਗ ਵਿਸ਼ਾ ਹੈ। ਕਦੀ 3 ਧਾਗਿਆਂ ਦਾ ਵਜ਼ਨ ਕਿੰਨਾ ਹੋਣਾ ਹੈ? ਕਿੰਨੇ ਹਿੰਦੂਆਂ ਨੂੰ ਰੋਜ਼ ਇਸਲਾਮ ਕਬੂਲ ਕਰਾਉਂਦਾ ਸੀ। ਕਹਿਰ ਸੀ ਨਾ, ਕੋਈ ਆਵਾਜ਼ ਉਠਾਉਣ ਵਾਲਾ ਨਹੀਂ ਸੀ। ਅੱਜ ਕਿਸੇ ਧਰਮ ਦੀ ਗੱਲ ਹੋਏ ਸਿੱਖ ਪਹਿਲਾਂ ਭੱਜਦਾ ਹੈ, ਬਈ ਤੇਰਾ ਕੀ ਕੰਮ ਹੈ? ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਹੋਈ ਹੈ, ਦੱਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਈ ਰਿਸ਼ਤੇਦਾਰੀ ਵਿੱਚ ਸਨ ਕਿਰਪਾ ਰਾਮ ਜੀ ਜਾਂ ਹਿੰਦੂ ਸਮਾਜ? ਨਹੀਂ। ਇਹਨੂੰ ਕਹਿੰਦੇ ਨੇ ਪਰਉਪਕਾਰੀ। ਕਿਸੇ ਆਪਣੇ ਵਾਸਤੇ ਤੇ ਦੁਨੀਆ ਜੀ ਰਹੀ ਹੈ। ਤੇ ਔਰੰਗਜ਼ੇਬ ਨੇ ਸੋਚਿਆ 2 ਸਥਾਨ ਨੇ ਉਹਨਾਂ ਦੇ, ਇੱਕ ਕਾਂਸੀ ਤੇ ਇੱਕ ਕਸ਼ਮੀਰ। ਕਸ਼ਮੀਰ ਉਹਨੇ ਕਿਉਂ ਚੁਣਿਆ? ਇਸੇ ਕਰਕੇ ਚੁਣਿਆ ਸੀ ਕਿ ਉੱਥੇ ਵੱਡੇ ਵੱਡੇ ਵਿਦਵਾਨ ਕਾਂਸੀ ਤੋਂ ਭੱਜ ਕੇ ਤੇ ਕਸ਼ਮੀਰ ਚਲੇ ਗਏ ਸਨ, ਛੁਪ ਗਏ। ਉਹਨੇ ਕਿਹਾ ਮੈਂ ਇਤਨਾ ਕੋਈ ਕਹਿਰ ਮਚਾ ਰਿਹਾ ਤੇ ਕਿਉਂ ਨਾ ਮੈਂ ਇਹਨਾਂ ਦੇ ਅਕਾਲ ਤਖਤ ਬਾਰ-ਬਾਰ ਕਿਉਂ ਸਰਕਾਰਾਂ ਦੀ ਨਜ਼ਰ ਹੁੰਦੀ ਹੈ, ਜਿੱਥੋਂ ਸਾਡੇ ਹੁਕਮ ਆਉਂਦਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਆਪ ਬਿਰਾਜਮਾਨ ਨੇ। ਉਹ ਕਹਿੰਦੇ ਨੇ ਜੇ ਇਹਨਾਂ ਦਾ ਹੁਕਮ ਹੀ ਮਿਟਾ ਦਈਏ ਤੇ ਕੌਮ ਆਪੇ ਹੀ ਖਤਮ ਹੋ ਜਾਏਗੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦੇ ਨੀਹਾਂ ਦੇ ਵਿੱਚ ਗੁਰੂਆਂ ਦੇ, ਸਿੱਖਾਂ ਦੇ, ਬ੍ਰਹਮ ਗਿਆਨੀਆਂ ਦਾ ਲਹੂ ਨਾਲ ਇਸ ਨੂੰ ਸਿੰਚਿਆ ਬਣਾਇਆ ਗਿਆ ਹੈ। ਤੇ ਉਹਨੇ ਕਸ਼ਮੀਰ ਤੇ ਜਦ ਹਮਲਾ ਕੀਤਾ, ਕਿਰਪਾ ਰਾਮ ਜੀ ਵੱਡੇ ਵਿਦਵਾਨ ਸਨ। ਇਹ 30-40 ਕੁ ਸ਼ਰੀਰ ਸਨ, ਛੁਪ ਕੇ ਅਮਰਨਾਥ ਦੀ ਗੁਫਾ ਵਿੱਚ ਚਲੇ ਗਏ। ਕਿੰਨਾ ਚਿਰ ਰਹੇ? ਇਤਿਹਾਸ ਦੱਸਦਾ 40-50 ਦਿਨ ਰਹੇ। ਜੋ ਇਤਿਹਾਸ ਹੈ ਮੈਂ ਉਹ ਦੱਸ ਰਿਹਾ। ਸੁਪਨਾ ਆਇਆ ਕਿਰਪਾ ਰਾਮ ਜੀ ਨੂੰ, ਸ਼ਿਵ ਜੀ ਮਹਾਰਾਜ ਆਏ ਨੇ, ਇਹਨਾਂ ਨੇ ਬੇਨਤੀ ਕੀਤੀ ਸਾਡਾ ਧਰਮ ਖਤਰੇ ਵਿੱਚ, ਕੀ ਕੀਤਾ ਜਾਏ? ਉਸ ਵੇਲੇ ਫਿਰ ਸ਼ਿਵ ਜੀ ਨੇ ਕਿਹਾ ਤੁਹਾਡਾ ਧਰਮ ਇੱਕ ਬਚਾ ਸਕਦਾ ਹੈ, ਉਹ ਗੁਰੂ ਨਾਨਕ ਦਾ ਘਰ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਫਿਰ ਚੱਲ ਕੇ ਹਰਮੰਦਰ ਸਾਹਿਬ ਆਏ। ਹਰਮੰਦਰ ਸਾਹਿਬ ਆ ਕੇ ਬੇਨਤੀਆਂ ਕੀਤੀਆਂ। ਪਤਾ ਲੱਗਿਆ ਗੁਰੂ ਅਨੰਦਪੁਰ ਸਾਹਿਬ ਵਿਖੇ, ਜਿੱਥੇ ਉੱਥੇ ਅਨੰਦਪੁਰ ਸਾਹਿਬ ਜੋ ਨਾ ਗੁਰਦੁਆਰਾ ਦਮਦਮਾ ਸਾਹਿਬ, ਜਿੱਥੇ ਕਿਰਪਾ ਰਾਮ ਜੀ ਇਹ ਮੇਂ ਭੇਂਟ ਹੋਈ ਸੀ ਨਾ, ਜਿੱਥੇ ਉਹਨਾਂ ਨੇ ਕਿਹਾ ਸੀ ਧਰਮ ਖਤਰੇ ਵਿੱਚ। 2 ਸਥਾਨ ਜ਼ਰੂਰ ਜਾਇਆ ਕਰੋ ਅਨੰਦਪੁਰ ਸਾਹਿਬ, ਇੱਕ ਦਮਦਮਾ ਸਾਹਿਬ ਤੇ ਇੱਕ ਸੀਸਗੰਜ ਸਾਹਿਬ, ਜਿੱਥੇ ਮਹਾਰਾਜ ਦਾ ਸੀਸ ਦਾ ਸੰਸਕਾਰ ਹੋਇਆ ਸੀ। ਉਹ ਫਿਰ ਸਾਰਾ ਵਾਕਿਆ ਬੀਤਿਆ। ਉਹ ਆਏ, ਮੂੰਹ ਲਟਕੇ ਹੋਏ ਸਨ, ਜਿਸ ਤਰ੍ਹਾਂ ਕੋਈ ਉਜੜਿਆ ਹੁੰਦਾ ਹੈ, ਘਰ-ਬਾਰ ਉਜੜਿਆ ਹੁੰਦਾ ਹੈ, ਤੇ ਬੇਨਤੀ ਕੀਤੀ। ਤੇ ਬਾਲਕ ਗੋਬਿੰਦ ਰਾਏ ਆਏ, ਉਹਨਾਂ ਨੇ ਪੁੱਛਿਆ ਕੀ ਗੱਲ ਹੈ? ਸਾਰੀ ਗੱਲ ਪਿਤਾ ਨੇ ਦੱਸੀ। ਤੇ ਫਿਰ ਇਤਿਹਾਸ ਹੈ ਸਾਡਾ। ਮਹਾਰਾਜ ਨੂੰ ਕਹਿੰਦੇ ਨੇ ਜਾਓ, ਫਿਰ ਤੁਹਾਡੇ ਤੋਂ ਵੱਡਾ ਮਹਾਂਪੁਰਖ, ਬਲੀਦਾਨ ਦੇਣ ਵਾਲਾ, ਜਪੀ ਤਪੀ, ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ? ਫਿਰ 5 ਸਿੱਖ ਲੈ ਕੇ ਗੁਰੂ ਸਾਹਿਬ ਦਿੱਲੀ ਦੀ ਧਰਤੀ ਤੇ ਆਏ। ਉਹਨਾਂ ਨੇ ਕਿਹਾ ਸੀ ਜਾਓ, ਔਰੰਗਜ਼ੇਬ ਨੂੰ ਕਹਿ ਦੇਣਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਕਬੂਲ ਕਰਾ ਦੋਗੇ ਅਸੀਂ ਸਾਰੇ ਹੋ ਜਾਵਾਂਗੇ। ਮੈਂ ਇੱਥੇ ਇੱਕ ਗੱਲ ਕਹਾਂ, ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਹੋਰ ਵੀ ਕਹੀ ਸੀ ਉਹਨਾਂ ਨੂੰ, ਉਸ ਇਤਿਹਾਸ ਨੇ ਛੁਪਾਈ ਹੋਈ। ਉਹਨਾਂ ਨੇ ਕਿਹਾ ਸੀ ਕਿਰਪਾ ਰਾਮ ਜੀ ਅਸੀਂ ਤੁਹਾਡੇ ਵਾਸਤੇ ਜਾ ਰਹੇ ਹਾਂ, ਧਿਆਨ ਰੱਖਣਾ ਕਿ ਤੁਸੀਂ ਨਾ ਉਹਨਾਂ ਨਾਲ ਮਿਲ ਜਾਣਾ। ਅੱਜ ਕਈ ਬੰਦੇ ਐਸੇ ਵੀ ਜੇ ਕਰਦੇ ਧਰਮ ਦੀਆਂ ਬੜੀਆਂ ਵੱਡੀਆਂ ਗੱਲਾਂ ਨੇ, ਪਰ ਜਦੋਂ ਹਕੂਮਤ ਉਹਨਾਂ ਨੂੰ ਪ੍ਰੈਸ਼ਰ ਪਾਉਂਦੀ ਹੈ ਨਾ, ਉਸੇ ਟਾਈਮ ਪੈਸੇ ਔਰ ਉਹਦੇ ਕਰਕੇ, ਜੇਲ੍ਹ ਦੇ ਡਰ ਕਰਕੇ ਉਹਨਾਂ ਦੀ ਸ਼ਰਨ ਚ ਵੜ ਜਾਂਦੇ ਨੇ। ਫਿਰ ਉਹਨਾਂ ਨਾਲ ਮਿਲ ਕੇ ਤੇ ਧਰਮ ਦੇ ਨੀਵੇਂ ਕੰਮ ਉਹ ਕਰਵਾ ਦਿੰਦੇ ਨੇ। ਤੇ ਗੁਰੂ ਸਾਹਿਬ ਨੇ ਕਿਹਾ ਕਿਰਪਾ ਰਾਮ ਜੀ ਅਸੀਂ ਤੁਹਾਡੇ ਧਰਮ ਦੀ ਖਾਤਰ ਜਾ ਰਹੇ ਹਾਂ, ਕਿ ਤੁਸੀਂ ਨਾ ਪਾਸਾ ਪਲਟ ਜਾਣਾ। ਹੁੰਦਾ ਅਕਸਰ ਐਵੇਂ ਜੇ ਇਸ ਧਰਮ ਦੀ ਦੁਨੀਆ ਵਿੱਚ 2 ਮੁਖਾ ਕੰਮ ਚੱਲਦਾ ਹੈ ਕਈ ਵਾਰ। ਗੁਰੂ ਭਲੀ ਕਰੇ, ਮਹਾਰਾਜ ਨੂੰ ਆਗਰੇ ਤੋਂ ਫਿਰ ਗ੍ਰਿਫਤਾਰ ਕੀਤਾ। 5 ਸਿੰਘ ਸਨ, ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਦਿਆਲਾ ਜੀ, ਇਹ ਦੋਨੋਂ ਭਰਾ ਸਨ। ਮਤੀ ਦਾਸ, ਸਤੀ ਦਾਸ। ਭਾਈ ਦਿਆਲਾ ਜੀ ਇਹ ਮਣੀ ਸਿੰਘ ਜੀ ਦੇ ਭਰਾ ਸਨ।
ਉਹ ਛੋਟੇ ਸਨ ਮਨੀ ਸਿੰਘ, ਇਹ ਮਨੀ ਸਿੰਘ ਤੋਂ ਵੱਡੇ ਸਨ। ਸਾਰਾ ਪਰਿਵਾਰ ਮਨੀ ਸਿੰਘ ਦਾ 56-57 ਬੰਦੇ ਘਰ ਦੇ ਸਾਰੇ ਹੀ ਸ਼ਹਾਦਤ ਦਾ ਜਾਮ ਪੀਤਾ। ਮਹਾਰਾਜ ਨੂੰ ਫਿਰ ਦੋ ਸਿੰਘ ਹੋਰ ਸੀ, ਭਾਈ ਜੇਤਾ ਜੀ ਤੇ ਭਾਈ ਗੁਰਦਿੱਤਾ ਜੀ। ਇਹਨਾਂ ਦੀ ਡਿਊਟੀ ਨਹੀਂ ਸੀ, ਇਹਨਾਂ ਦੀ ਡਿਊਟੀ ਸੀ ਭਾਈ ਜੇਤਾ ਜੀ ਦੀ ਕਿ ਤੁਸੀਂ ਸੀਸ ਨੂੰ, ਉਸ ਵੇਲੇ ਇਹ ਸੇਵਾ ਤੁਹਾਡੀ ਹੋਏਗੀ ਜਦੋਂ ਸੀਸ ਧੜ ਤੋਂ ਅਲੱਗ ਹੋਣਾ ਹੈ ਤੇ ਤੁਸੀਂ ਲੈ ਕੇ ਜਾਣਾ ਹੈ। ਤੇ ਲੱਖੀ ਸ਼ਾਹ ਦੀ ਡਿਊਟੀ ਸੀ ਕਿ ਤੁਸੀਂ ਧੜ ਦਾ ਸੰਸਕਾਰ ਕਰਨਾ ਹੈ। ਸਾਰੀ ਬਿਉਂਤ ਬਣੀ ਹੋਈ ਸੀ, ਇਤਿਹਾਸ ਹੈ। ਫਿਰ ਕਿਸ ਤਰ੍ਹਾਂ ਮਹਾਰਾਜ ਦੇ ਸਾਹਮਣੇ ਪਿੰਜਰੇ ਵਿੱਚ ਮਹਾਰਾਜ ਨੂੰ ਕੈਦ ਕੀਤਾ ਗਿਆ, ਜਿਹੜੀ ਕੋਤਵਾਲੀ ਹੈ, ਉਹ ਪਿੰਜਰਾ ਵੀ ਐਸਾ ਬਣਾਇਆ ਗਿਆ ਜਿਹਦੇ ਅੰਦਰ ਸੂਏ ਇਸ ਤਰ੍ਹਾਂ ਨਾਲ ਲਗਾਏ ਕਿ ਮਹਾਰਾਜ ਆਰਾਮ ਨਾਲ ਬੈਠ ਵੀ ਨਹੀਂ ਸਕਦੇ ਸਨ ਤੇ ਖੜੇ ਵੀ ਨਹੀਂ ਹੋ ਸਕਦੇ ਸਨ। ਸੂਏ ਤੇਜ਼ ਸੀ। 1.5 ਦਿਨ ਮਹਾਰਾਜ ਉਸ ਪਿੰਜਰੇ ਵਿੱਚ ਰਹੇ। ਸ਼ਹਾਦਤਾਂ ਹੋਈਆਂ, ਮਹਾਰਾਜ ਦਾ ਪਿੰਜਰਾ ਬਾਹਰ ਲਿਆਂਦਾ। ਇਹ ਸਾਰਾ ਇਤਿਹਾਸ ਹੈ। ਮੇਰੇ ਸਮਾਂ ਨਹੀਂ ਮੈਂ ਇਸ ਗੱਲ ਨੂੰ ਅੱਗੇ ਲੈ ਜਾ। ਟੂਕ ਮਾਤਰ ਹੈ ਕਿ ਵਾਰੀ-ਵਾਰੀ ਕਰਕੇ ਤਿੰਨਾਂ ਦਾ ਸ਼ਹਾਦਤ ਉਹਨਾਂ ਨੂੰ ਫੱਟੇ ਤੇ ਬੰਨ ਕੇ ਆਰੇ ਨਾਲ ਚਿਰਾਇਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂਹ ਤੇ ਲਪੇਟ ਕੇ ਤੇ ਭਾਈ ਦਿਆਲਾ ਜੀ ਨੂੰ ਉਬਲਦਾ ਪਾਣੀ, ਦੇਖੋ 100 ਡਿਗਰੀ ਟੈਂਪਰੇਚਰ ਕਰਕੇ ਨਾ ਉਹਦਾ, ਜਿਹਦੇ ਵਿੱਚ ਆਲੂ ਪਾਉਣ ਉਹ ਉਬਲ ਕੇ ਇੱਕਦਮ ਬਾਹਰ ਆ ਜਾਂਦਾ ਹੈ। ਤੇ ਭਾਈ ਦਿਆਲਾ ਜੀ ਦਾ ਸਰੀਰ ਇਸ ਤਰ੍ਹਾਂ ਕਹਿ ਲੋ ਚਮੜੀ ਤੇ ਹੱਡੀਆਂ ਵੱਖ-ਵੱਖ ਹੋ ਗਈਆਂ ਜਦੋਂ ਵਿੱਚ ਇਹ ਕੋਈ ਐਵੇਂ ਨਹੀਂ ਸਿੱਖੀ ਮਿਲੀ। ਅਸੀਂ ਤੇ ਨਾਈਆਂ ਦੀ ਦੁਕਾਨਾਂ ਤੇ ਜਾ ਕੇ ਇਹਨੂੰ ਉਜਾੜ ਰਹੇ ਹਾਂ। ਇਤਿਹਾਸ ਹੀ ਨਹੀਂ ਪੜ੍ਹ ਪਾਏ, ਸੁਣਾ ਨਹੀਂ ਪਾਏ ਸਹੀ ਤਰ੍ਹਾਂ। ਤੇ ਸ਼ਹਾਦਤ ਤੋਂ ਬਾਅਦ ਫਿਰ ਜਦੋਂ ਅਗਲਾ ਤਿੰਨੋਂ ਜਿਹੜੀਆਂ ਸ਼ਰੀਰ ਸੀ ਉਹਨਾਂ ਦੇ ਪੂਰਾ ਦਿਨ ਉੱਥੇ ਪਏ ਰਹੇ। ਅਗਲੇ ਦਿਨ ਗੁਰੂ ਤੇਗ ਬਹਾਦਰ, ਕਿਉਂਕਿ ਦਿਖਾਣਾ ਚਾਹੁੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਇਸ ਤਰ੍ਹਾਂ ਅਸੀਂ ਹਰਸ਼ਰ ਕਰਕੇ ਤੇ ਤੁਸੀਂ ਹੱਲੇ ਵੀ 3 ਸ਼ਰਤਾਂ ਜੇ ਮੰਨ ਲਓ, ਇਸਲਾਮ ਕਬੂਲ ਕਰ ਲਓ ਜਾਂ ਕਰਾਮਾਤ ਦਿਖਾ ਦਿਓ ਤੇ ਜਾਂ ਫਿਰ ਮੌਤ ਸਵੀਕਾਰ ਕਰ ਲਓ। ਮਹਾਰਾਜ ਨੇ ਕਿਹਾ ਧਰਮ ਚੇਂਜ ਕਰਨਾ ਸਾਡਾ ਕੰਮ ਨਹੀਂ ਹੈ। ਕਰਾਮਾਤ ਅਸੀਂ ਪ੍ਰਭੂ ਦੇ ਭਾਣੇ ਵਿੱਚ ਰਹਿੰਦੇ ਹਾਂ। ਕਰਾਮਾਤ ਉਹ ਪ੍ਰਮਾਤਮਾ ਦਿਖਾ ਸਕਦਾ ਹੈ, ਅਸੀਂ ਤੇ ਉਹਦੇ ਬਣਾਏ ਹੋਏ ਹਾਂ। ਤੇ ਸ਼ਹਾਦਤ ਵਾਸਤੇ ਅਸੀਂ ਆਏ ਹਾਂ। ਜਿਹੜਾ ਗੁਰੂ ਸਿੱਖਾਂ ਨੂੰ ਮੌਤ ਦੀਆਂ ਗੱਲਾਂ ਕਰ ਰਿਹਾ ਹੋਵੇ ਉਹ ਡੋਲ ਸਕਦਾ ਹੈ। ਉਸ ਵੇਲੇ ਫਿਰ ਉਸ ਜਲਾਲੂਦੀਨ ਨੇ, ਜਿਹੜਾ ਜਲਾਦ ਸੀ, ਉਹਨੇ ਤਲਵਾਰ ਦੇ ਵਾਰ ਦੇ ਨਾਲ ਮਹਾਰਾਜ ਦਾ ਉੱਥੇ ਇੱਕ ਚਬੂਤਰਾ ਵੀ ਬਣਾਇਆ ਗਿਆ, ਜਿੱਥੇ ਅਸੀਂ ਦਰਸ਼ਨ ਕਰਨੇ ਆ ਸੀਸਗੰਜ ਸਾਹਿਬ। ਉਸ ਚੌਪਾਲ ਤੇ ਫਿਰ ਇੱਕ ਚਬੂਤਰਾ ਜਿਹਾ ਬਣਾ ਕੇ ਮਹਾਰਾਜ ਨੂੰ ਉੱਥੇ ਬਿਠਾਇਆ ਗਿਆ। ਉਸ ਤੋਂ ਪਹਿਲਾਂ ਮਹਾਰਾਜ ਨੇ ਕੁਈ ਸਾਹਿਬ ਤੇ ਇਸ਼ਨਾਨ ਕੀਤਾ। ਆਲ ਕਿਦੀ ਲਈ ਜਪਜੀ ਸਾਹਿਬ ਦੇ ਪਾਠ ਦੀ, ਜਪਜੀ ਸਾਹਿਬ ਦਾ ਪਾਠ ਕਰਕੇ ਮਹਾਰਾਜ ਅਖੀਰਲੇ ਸਮੇਂ ਤੱਕ ਵੀ ਦੇਖੋ ਜਪਜੀ ਸਾਹਿਬ ਨਹੀਂ ਛੱਡੀ। ਜਿਹੜੇ ਪਿਆਰ ਵਿੱਚ ਅੱਜ ਵੀ ਮੈਂ ਬੇਨਤੀ ਅਕਸਰ ਕਰਨਾ, ਜਪਜੀ ਸਾਹਿਬ ਦਾ ਬਾਣੀ ਦਾ ਪਾਠ ਰੋਜ਼ ਕਰਿਆ ਕਰੋ। ਗੁਰੂ ਅਰਜਨ ਦੇਵ ਮਹਾਰਾਜ ਰਾਵੀ ਦੀ ਨਦੀ ਤੇ ਵੀ ਜਦੋਂ ਇਸ਼ਨਾਨ ਅਖੀਰਲੇ ਸਮੇਂ ਤੇ ਕਰਨਾ, ਉਸ ਵੇਲੇ ਜਪਜੀ ਸਾਹਿਬ ਦਾ ਪਾਠ। ਭਾਈ ਮਤੀ ਦਾਸ ਜੀ ਆਰੇ ਨਾਲ ਚਿਰੇ ਜਾ ਰਹੇ ਨੇ, ਪਰ ਪਾਠ ਉਹਨਾਂ ਦਾ ਵੀ ਜਪਜੀ ਸਾਹਿਬ ਦਾ ਚੱਲ ਰਿਹਾ ਸੀ। ਕੋਈ ਵੱਡਾ ਕਾਰਜ ਦੁਨੀਆ ਦਾ ਰੁਕਿਆ ਹੋਵੇ, ਕੋਈ ਵਿਪਤਾ ਆ ਜਾਏ, ਸਿੱਖ ਘਰ ਵਿੱਚ ਇਹ ਪੱਲਾ ਪਾ ਕੇ ਦੇਗ ਕਰਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਆਪਣੇ ਕਾਰਜ ਨੂੰ ਸਿੱਧ ਕਰ ਸਕਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਫਿਰ ਨੇਤ ਪਰਮੇਸ਼ਰ ਦੀ ਐਸਾ ਤੂਫਾਨ ਆਇਆ, ਉਹਦੇ ਵਿੱਚ ਭਾਈ ਜੇਤਾ ਜੀ ਨੇ ਜਿਹੜੇ ਹੱਥ ਵਿੱਚ ਕਪੜਾ ਸੀ ਉਹਦੇ ਵਿੱਚ ਮਹਾਰਾਜ ਦਾ ਸੀਸ ਲਿਆ ਤੇ ਹਵਾ ਤੋਂ ਵੀ ਤੇਜ਼ ਭੱਜ ਗਿਆ ਉੱਥੋਂ ਦੀ। ਕਿਉਂ? ਕਿਉਂਕਿ ਜਿਹੜਾ ਬਚਨ ਸੀ ਗੁਰੂ ਦਾ ਉਸ ਨੂੰ ਸੰਭਾਲਿਆ। ਤੇ ਇਧਰੋਂ ਇਹਦੇ ਕੋਲ 100 ਕੁ ਗੱਡਾ ਸੀ, ਸ਼ਾਹੀ ਸੀ ਬੰਦਾ, ਲੱਖੀ ਸ਼ਾਹ ਵਣਜਾਰਾ, ਤਾਂ ਹੀ ਵਣਜਾਰਾ ਕਿਹਾ, ਵਪਾਰੀ ਸੀ। ਤੇ ਸਾਰੇ ਗੱਡੇ ਉਸ ਰੋਲੇ ਵਿੱਚ ਲਿਆਇਆ ਤੇ ਉਹਦੇ ਵਿੱਚ ਰੂਹ ਭਰ ਕੇ ਤੇ ਮਹਾਰਾਜ ਦਾ ਧੜ ਲਿਆ ਤੇ ਆਪਣੇ ਘਰ ਰਕਾਬਗੰਜ ਸਾਹਿਬ ਜਿੱਥੇ ਕੀਮਤੀ ਸਮਾਨ ਰੱਖ ਕੇ ਤੇ ਸਾਰੇ ਘਰ ਨੂੰ ਅੱਗ ਲਾ ਦਿੱਤੀ।
ਇਹਨੂੰ ਕਹਿੰਦੇ ਨੇ ਪਿਆਰ, ਇਹਨੂੰ ਕਹਿੰਦੇ ਨੇ ਸਮਰਪਿਤ ਪਿਆਰ, ਆਪਣਾ ਆਪ ਵਾਰ ਜਾਣਾ। ਅਸੀਂ ਕਈ ਸ਼ਰੀਰਾਂ ਨੂੰ ਅਸੀਂ ਭੁੱਲ ਬੈਠੇ ਹਾਂ। ਮੋਤੀ ਰਾਮ ਵੋਰਾ ਆਪਣਾ ਆਪ ਵਾਰ ਦਿੱਤਾ। ਔਰਤ ਨੂੰ ਸੋਨਾ ਪਿਆਰਾ ਹੁੰਦਾ ਹੈ ਨਾ, ਉੱਥੇ ਆਰਡਰ ਸੀ ਕਿ ਉਸ ਠੰਡੇ ਬੁਰਜ 'ਚ ਕੋਈ ਵੀ ਨਹੀਂ ਕੁਝ ਕਰਾਏਗਾ। ਕਹਿੰਦਾ ਮੇਰਾ ਚਿੱਤ ਕਰਦਾ ਹੈ ਮੈਂ ਮਾਤਾ ਨੂੰ ਦੁੱਧ ਪਿਲਾਵਾਂ। ਤੇ ਉਹਨੇ ਕੀ ਕੀਤਾ? ਉਹਨੇ ਕਿਹਾ ਘਰ ਵਾਲੀ ਸੋਨਾ ਕਿੰਨਾ ਪਿਆ, ਸੋਨਾ ਲੇਡੀਜ਼ ਨੂੰ ਕਿੰਨਾ ਪਿਆਰਾ ਹੁੰਦਾ ਹੈ। ਉਹਨੇ ਪੇਕਿਆਂ ਦਾ ਸਹੁਰਿਆਂ ਦਾ ਸਾਰਾ ਲਿਆ ਕੇ ਅੱਗੇ ਰੱਖ ਦਿੱਤਾ, ਸਾਰਾ ਅੱਗੇ ਲਿਆ ਕੇ ਰੱਖ ਦਿੱਤਾ। ਉਹਨੇ ਕਿਹਾ ਜੀ ਜਾਓ ਤੁਸੀਂ ਜੋ ਕੰਮ ਕਰਨਾ। ਉਹਨੇ ਕਿਹਾ ਫੇਰ ਕਹਿੰਦੇ ਜਿੰਨਾ ਸੋਨਾ ਨਾ ਤੂੰ ਦੁੱਧ ਤਿਆਰ ਕਰ, ਅੱਜ ਮਾਤਾ ਜੀ ਨੂੰ ਛਕਾਣਾ ਹੈ। ਜਿੰਨੇ ਵੀ ਰਸਤੇ ਵਿੱਚ ਸਿਪਾਹੀ ਆਏ ਉਹਨਾਂ ਦੇ ਮੂੰਹ ਰਿਸ਼ਵਤ ਦੇ ਨਾਲ, ਕਿਸੇ ਨੂੰ 2 ਤੋਲੇ ਕਿਸੇ ਨੂੰ 4 ਤੋਲੇ, ਤੇ ਉੱਥੇ ਜਾ ਕੇ ਫਿਰ ਦੁੱਧ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੈਸੇ ਵੀ ਮੋਬਾਈਲ ਬੰਦ ਹੀ ਕਰ ਲਿਆ ਕਰੋ ਕਿਉਂਕਿ ਇਹ ਵਿਸ਼ਾ ਕੁਝ ਐਸਾ ਹੁੰਦਾ ਹੈ, ਫਿਰ ਉਹ ਗੱਲ ਦਿਮਾਗ ਤੋਂ ਸਲਿਪ ਕਰ ਜਾਂਦੀ। ਫਿਰ ਕੀ, ਫਿਰ ਉਹਨਾਂ ਨੇ ਦੁੱਧ ਛਕਾਇਆ, ਖੁਸ਼ੀ ਹੋਈ, ਪਤਾ ਲੱਗਿਆ ਉਹਨਾਂ ਨੇ ਫਿਰ ਕੋਲੂ ਦੇ ਵਿੱਚ ਸਾਰੇ ਪਰਿਵਾਰ ਨੂੰ ਪੀ ਦਿੱਤਾ। ਦੇਖੋ ਇਹ ਸਾਡਾ ਇਤਿਹਾਸ ਨੇ, ਅਸੀਂ ਛੁਪਾ ਦਿੱਤੇ ਨੇ। ਉਹ ਲੈ ਕੇ, ਮੈਂ ਉਹ ਵੀ ਜ਼ਿਕਰ ਨਹੀਂ ਕਰ ਰਿਹਾ, 5 ਪੜਾਅ ਕਰਕੇ ਕੀਰਤਪੁਰ ਪਹੁੰਚਿਆ ਤੇ ਮਹਾਰਾਜ ਨੇ ਹੁਕਮ ਕੀਤਾ ਤੁਸੀਂ ਬੇਨਤੀ ਕੋ ਕਿ ਭਾਈ ਜੇਤਾ ਤੁਸੀਂ ਇਸ ਤਰ੍ਹਾਂ ਕਰੋ, ਅਨੰਦਪੁਰ ਸਾਹਿਬ ਲੈ ਆਓ। ਸੀਸ ਲੈ ਕੇ ਅਨੰਦਪੁਰ ਸਾਹਿਬ, ਥੱਕਿਆ ਹੋਇਆ ਸੀ ਬੜਾ, 5-6 ਦਿਨ ਦਾ ਥਕਾਵਾ ਸੀ ਕਿਉਂਕਿ ਕਿੱਥੇ ਦਿੱਲੀ ਤੇ ਕਿੱਥੇ ਅਨੰਦਪੁਰ ਸਾਹਿਬ, ਤੇ ਉਸ ਵੇਲੇ ਕੋਈ ਸਾਧਨ ਵੀ ਨਹੀਂ ਸੀ। ਸਫ਼ਰ ਤੈਅ ਕਰਕੇ ਪਹੁੰਚਿਆ ਤੇ ਮਹਾਰਾਜ ਨੇ ਜਦ ਉਹਦੇ ਹੱਥ ਵਿੱਚ ਸੀਸ ਵੇਖਿਆ, ਤੁਹਾਨੂੰ ਇਤਿਹਾਸ ਪਤਾ ਹੈ, ਮਹਾਰਾਜ ਨੇ ਗਲਵਕੜੀ ਲੈ ਲਿਆ ਤੇ ਕੀ ਬਚਨ ਕੀਤੇ, ਰੰਗ ਰੇਟਾ ਗੁਰੂ ਕਾ ਬੇਟਾ। ਕੀ ਕਿਹਾ ਸੀ? ਰੰਗ ਰੇਟਾ ਗੁਰੂ ਦਾ ਬੇਟਾ। ਇਹ ਖਾਲੀ ਕਿਹਾ ਨਹੀਂ ਜੇ, ਮੈਂ ਗੱਲ ਕਹਿ ਕੇ ਸਮਾਪਤੀ ਕਰ ਰਿਹਾ, ਸਮਾਂ ਹੋ ਗਿਆ। ਇਹ ਗੱਲ ਖਾਲੀ ਕਹੀ ਨਹੀਂ ਸੀ ਮਹਾਰਾਜ ਨੇ। ਕਿ ਕਈ ਵਾਰੀ ਅਸੀਂ ਕਹਿੰਦੇ ਨਾ ਬੇਟਾ ਕਹਿ ਦਿੱਤਾ ਹੈ। ਜੇ ਜੋਗੇ ਨੂੰ ਕਿਹਾ ਸੀ ਨਾ, ਜੋਗਾ ਕਹਿੰਦਾ ਮੈਂ ਕਿਹਦਾ, ਕਹਿੰਦਾ ਮੈਂ ਤੁਹਾਡੇ ਜੋਗਾ। ਮਹਾਰਾਜ ਨੇ ਫਿਰ ਕਿਹਾ ਸੀ ਜੇ ਜੋਗਿਆ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ। ਉਸ ਜਗ੍ਹਾ ਤੇ ਚਿਖਾ ਤਿਆਰ ਹੋਈ ਚੰਦਨ ਦੀ ਲੱਕੜੀ, ਜੋ ਇਤਿਹਾਸ ਹੈ, ਪੂਰੀ ਤਿਆਰ ਹੋ ਗਈ। ਮਾਤਾ ਨਾਨਕੀ ਬਜ਼ੁਰਗ, ਮਾਤਾ ਗੁਜਰ ਕੌਰ, ਸਾਰੇ ਉਸ ਸਥਾਨ ਤੇ ਸੰਗਤਾਂ ਦਾ ਵੀ ਇਕੱਠ ਸੀ। ਲੰਬੂ ਫੜਾਇਆ ਗਿਆ ਗੋਬਿੰਦ ਸਿੰਘ ਜੀ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਪੁੱਤਰ ਆ ਕੀ ਲਗਾਉਂਦਾ ਤੇ ਵੇਖ ਰਹੇ ਨੇ ਮਹਾਰਾਜ ਇੱਧਰ ਉੱਧਰ। ਸੰਗਤਾਂ ਨੇ ਪੁੱਛਿਆ ਮਹਾਰਾਜ ਲੰਬੂ ਲਾਓ, ਸਮਾਂ ਹੋ ਰਿਹਾ ਹੈ। ਕਹਿੰਦੇ ਨਹੀਂ ਮੈਂ ਕਿਸੇ ਦੀ ਵੇਖ ਰਿਹਾ। ਉਹ ਕਿੱਥੇ? ਕਹਿੰਦੇ ਕਿਹਨੂੰ ਵੇਖ ਰਹੇ ਹੋ? ਕਹਿੰਦੇ ਮੈਂ ਭਾਈ ਜੇਤੇ ਨੂੰ ਵੇਖ ਰਿਹਾ। ਪਿੱਛੇ ਖੜਾ ਸੀ, ਅੱਖਾਂ ਵਿੱਚੋਂ ਨੀਰ ਵਹਿ ਰਿਹਾ ਸੀ। ਤੇ ਮਹਾਰਾਜ ਨੇ ਸਿੱਖ ਨੂੰ ਕਿਹਾ ਤੇ ਉਸ ਭਾਈ ਜੇਤੇ ਨੂੰ ਬੁਲਾ ਕੇ ਲਿਆਂਦਾ। ਮਹਾਰਾਜ ਨੇ ਲੰਬੂ ਉਹਨੂੰ ਫੜਾ ਦਿੱਤਾ। ਕਹਿੰਦੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਵੱਡਾ ਬੇਟਾ ਹੈ। ਦੇਖੋ ਲੰਬੂ ਇਤਿਹਾਸ ਵਿੱਚ ਆਇਆ ਹੈ ਕਿ ਭਾਈ ਚੇਤਾ ਜੀ ਨੇ ਲਗਾਇਆ, ਖਾਲੀ ਬੇਟਾ ਕਿਹਾ ਨਹੀਂ। ਜਿਹੜਾ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣਿਆ ਸੀ ਤੇ ਉਸਨੇ ਇਹ ਰਸਮ ਅਦਾ ਕੀਤੀ ਤੇ ਮਹਾਰਾਜ ਨੇ ਕਿਹਾ, ਉੱਥੇ ਸੰਗਤਾਂ ਵਿੱਚ ਬਚਨ ਕੀਤਾ, ਸਾਡੇ ਪਰਿਵਾਰ ਜਦ ਤੱਕ ਭਾਈ ਜੀਵਨ ਸਿੰਘ ਨੇ, ਸਾਡੇ ਸਾਰੇ ਪਰਿਵਾਰ ਦੇ ਉੱਤੇ ਇਹਨਾਂ ਦਾ ਹੁਕਮ ਚੱਲੇਗਾ। ਗੁਰੂ ਖਾਲੀ ਕਹਿਣ ਵਾਲੇ ਨਹੀਂ ਹੈ। ਤੁਸੀਂ ਮਤ ਸੋਚੋ ਕਿ ਮੱਖਣ ਸ਼ਾਹ ਲੁਬਾਣੇ ਦਾ ਉਸ ਵੇਲੇ ਬੇੜਾ ਪਾਰ ਕੀਤਾ ਸੀ ਤੇ ਅੱਜ ਨਹੀਂ ਕਰ ਰਹੇ। ਕੋਈ ਭਾਵੇਂ ਅਮਰੀਕਾ ਬੈਠਾ ਹੈ, ਕੋਈ ਕੈਨੇਡਾ ਬੈਠਾ ਹੈ, ਕੋਈ ਵਰਲਡ ਦੇ ਕਿਸੇ ਕੋਨੇ ਵਿੱਚ ਬੈਠਾ ਹੈ, ਗੁਰੂ ਸਾਹਿਬ ਅੱਜ ਵੀ ਸਹਾਈ ਹੁੰਦੇ ਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਕਹੇ, ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਤੀ ਬਚਨ ਨੇ ਨਾ, ਤੇਗ ਬਹਾਦਰ ਸਿਮਰਿਆ ਘਰ ਨੋਨ ਨਿਧ ਆਵੇ ਤਾਏ ਸਭ ਥਾਈ ਹੋਏ। ਜਦੋਂ ਸਿਰਸਾ ਚੜੀ ਹੋਈ ਸੀ, ਸਰਸਾ ਨਦੀ ਤੇ ਅਨੰਦਪੁਰ ਦਾ ਕਿਲਾ ਖਾਲੀ ਕੀਤਾ ਤੇ ਮਹਾਰਾਜ ਨੇ ਕਿਹਾ ਜਲਦੀ
ਫੌਜਾਂ ਆਪਣੀਆਂ ਇਸ ਤੋਂ ਨਦੀ ਤੋਂ ਪਾਰ ਕਰਦੀ ਹੈ ਤੇ ਪਿੱਛੇ ਭਾਈ ਬਾਬਾ ਅਜੀਤ ਸਿੰਘ ਜੀ ਜੰਗ ਲੜ ਰਹੇ ਸੀ। ਬੜੀਆਂ ਸੰਗਤਾਂ ਨੇ ਕਿਹਾ ਵਾਪਸ ਨਹੀਂ ਆ ਰਹੇ ਸੀ, ਉਹ ਕਹਿੰਦੇ ਸੀ ਲੜ ਕੇ ਜਾਣਾ ਹੈ। ਤੇ ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀਵਨ ਸਿੰਘ ਜੋ ਭਾਈ ਜੇਤਾ ਜੀ ਤੋਂ ਬਣੇ ਸੀ ਉਹਨਾਂ ਨੂੰ ਕਿਹਾ ਸੀ ਜਾਓ ਬਾਬਾ ਅਜੀਤ ਸਿੰਘ ਨੂੰ ਆਰਡਰ ਕਰੋ ਕਿ ਆਪਣੀਆਂ ਫੌਜਾਂ ਵਾਪਸ ਲੈ ਕੇ ਅਸੀਂ ਸਰਸਾ ਪਾਰ ਕਰਨੀ ਹੈ। ਤੇ ਜਦੋਂ ਬਾਬਾ ਜੀਵਨ ਸਿੰਘ ਨੇ ਕਿਹਾ ਜਾ ਕੇ ਬਾਬਾ ਅਜੀਤ ਸਿੰਘ ਨੂੰ, ਅਜੀਤ ਸਿੰਘ ਜੀ ਵਾਪਸ ਆ ਜਾਓ ਸਾਡਾ ਹੁਕਮ ਹੈ, ਉਸੇ ਵੇਲੇ ਜੰਗ ਮੈਦਾਨ ਛੋੜ ਕੇ ਆ ਗਏ। ਇਹ ਕੀ ਹੈ? ਸਤਿਗੁਰੂ ਜਿਸ ਨੂੰ ਪਿਆਰ ਕਰਦਾ ਨਾ ਉਹਦੀ ਫਿਰ ਹਰ ਵਕਤ ਉਹਦਾ ਧਿਆਨ ਵੀ ਰੱਖਦਾ ਹੈ। ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਗਿਆ ਸਿੱਖ ਕੀ ਗੁਰ ਦੁਰਮਤ ਮਲ ਹੀਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ। ਭਾਗੀ ਹੈ ਤੇ ਹੁਣ ਦੇਖੋ ਕੀ ਕਹਿੰਦੇ ਨੇ ਮਹਾਰਾਜ, ਸਤਿਗੁਰ ਸਿੱਖ ਕੋ ਨਾਮ ਤੰਦੇ ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਹਲਤ ਕੀ ਇੱਥੇ ਮਹਾਰਾਜ ਅਗਾਂਹ ਦੀ ਵੀ ਗਰੰਟੀ ਦਿੰਦੇ ਨੇ, ਨਾਨਕ ਸਤਿਗੁਰ ਸਿੱਖੋ ਜੀ ਨਾਮ ਸਮਾਰੇ। ਐਸਿਆਂ ਨੂੰ ਪਿਆਰ ਕਰਦੇ ਨੇ ਜਿਹੜਾ ਆਪਣਾ ਆਪ ਵਾਰ ਦਿੰਦਾ ਹੈ। ਤੋ ਇਹ ਇਤਿਹਾਸ ਸਾਡੇ ਭਰਿਆ ਪਿਆ ਹੈ। ਅਸੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਬਾਹ ਫੜੀ ਨਾ, ਮਾਰੇ ਕਹਿੰਦੇ ਨੇ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਤੇ ਸਿਰ ਦੇ ਦਿੱਤਾ ਬਾਹ ਨਹੀਂ ਛੱਡੀ ਗੁਰੂ ਤੇ। ਮੈਂ ਕੱਲ ਸੋਚ ਰਿਹਾ ਸੀ, ਮੈਂ ਕਿਹਾ ਜੇ ਇਹ ਖਾਲੀ ਹਿੰਦੂਆਂ ਵੱਲ ਨਾ ਜਾਈਏ, ਅਸੀਂ ਗੁਰੂ ਨੂੰ ਬਾਹ ਫੜਾਣੀ ਕਿਵੇਂ ਫੜਾਵਾਂਗੇ? ਕਿਵੇਂ ਫੜਾਵਾਂਗੇ ਦੱਸੋ? ਗੁਰੂ ਤੇ ਹੈ ਨਹੀਂ, ਸ਼ਰੀਰ ਰੂਪ ਵਿੱਚ ਹੈ ਨਹੀਂ। ਮੈਂ ਫੜਾਣਾ ਚਾਹਨਾ ਗੁਰੂ ਨੂੰ ਬਾਹ, ਕਿਸ ਤਰ੍ਹਾਂ ਫੜਾਵਾਂ ਕਿ ਗੁਰੂ ਬਾਹ ਨਾ ਛੱਡੇ? ਨਹੀਂ ਛੱਡਦਾ। ਪਰ ਸਾਨੂੰ ਦੇਖੋ ਮੇਲੇ ਵਿੱਚ ਜੇ ਅਸੀਂ ਬੱਚਾ ਪਿਓ ਦੀ ਉਂਗਲ ਛੁਡਾ ਲੇ ਨਾ, ਉਹੀ ਮੇਲਾ ਨਹੀਂ ਰਹਿੰਦਾ, ਮਾਤਮ ਬਣ ਜਾਂਦਾ। ਜਦੋਂ ਸਿੱਖ ਅੰਮ੍ਰਿਤ ਵੇਲੇ ਨਹੀਂ ਜਾਗਦਾ, ਨਿਤ ਨੇਮ ਨਹੀਂ ਕਰਦਾ, ਸਮਝ ਲਓ ਮੇਲੇ ਤੋਂ ਬਾਹ ਛੁਡਾ ਦਿੱਤੀ। ਨਿਤਨੇਮ ਕਰਨ ਤੋਂ ਭਾਵ ਹੀ ਇਹ ਹੈ ਕਿ ਗੁਰੂ ਨੂੰ ਬਾਹ ਫੜਾ ਦੇਣੀ। ਔਰ ਜਿਹੜਾ ਸਵੇਰੇ ਉੱਠ ਕੇ ਇਹ ਪਾਠ ਕਰਕੇ ਗੁਰੂ ਨੂੰ ਬਾਹ ਫੜਾ ਦਿੰਦਾ ਹੈ, ਸੱਚ ਜਾਣਿਓ ਗੁਰੂ ਫਿਰ ਉਹਨਾਂ ਦੀ ਬਾਹ ਛੱਡਦਾ ਵੀ ਨਹੀਂ। ਔਰ ਜਿਹੜੇ ਨਿਤਨੇਮ ਤੋਂ ਮੁਨਕਰ ਹੋਏ ਪਏ ਨੇ, ਜਿਹੜੇ ਆਲਸੀ ਹੋਏ ਪਏ ਨੇ, ਉਹ ਸਮਝੋ ਕਿ ਗੁਰੂ ਤੋਂ ਬਾਹ ਛੁੜਾ ਬੈਠੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ। ਸੋ ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦਾ ਇਤਿਹਾਸ ਬਾ ਕਮਾਲ ਹੈ, ਪਰ ਇਹ ਛੋਟੀ ਰਸਨਾ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ। ਪਰ ਜਿਤਨੀ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਅਸੀਂ ਆਪ ਦੇ ਸਮਕਸ਼ ਰੱਖਿਆ ਹੈ। ਆਸ ਹੈ ਕਿ ਅਸੀਂ ਗੁਰੂ ਨੂੰ ਹਮੇਸ਼ਾ ਬਾਹ ਫੜਾਵਾਂਗੇ, ਗੁਰੂ ਦਾ ਲੜ ਨਹੀਂ ਛੱਡਾਂਗੇ। ਜੇ ਗੁਰੂ ਦਾ, ਕਿਉਂਕਿ ਸਾਰੇ ਕੰਮ ਠੀਕ ਹੈ, ਮੈਂ ਕਹਿੰਦਾ ਕਰੋ ਦੁਨੀਆ, ਪਰ ਸਾਨੂੰ ਇੱਕ ਕਦਮ ਪਹਿਲਾਂ ਪਟਣਾ ਪਏਗਾ, ਇੱਕ ਪਹਿਲਾ ਕਦਮ। ਦੇਖੋ ਸਾਡੇ ਔਰ ਗੁਰੂ ਵਿੱਚ ਬਹੁਤ ਵੱਡਾ ਗੈਪ ਹੈ। ਭਾਈ ਗੁਰਦਾਸ ਜੀ ਪੜ੍ਹਦੇ ਚਰਨ ਸਰਣ ਗੁਰ ਇੱਕ ਪੈਂਡਾ। ਪਹਿਲਾਂ ਸਾਨੂੰ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾ। ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਸਾਨੂੰ ਕਰਨਾ ਪਏਗਾ। ਚਰਨ ਸਰਣ ਗੁਰ ਇੱਕ ਪੈਂਡਾ ਹੋਏਗਾ ਕਿ ਸਤਿਗੁਰ ਕੋਟ ਪੈਂਡਾ। ਕੋਟ ਕੀ ਹੁੰਦਾ? ਕਰੋੜ। ਇਹਦਾ ਮਤਲਬ ਹੈ ਗੁਰੂ ਔਰ ਸਾਡੇ ਵਿੱਚ ਜਿਹੜੀ ਵਿਕਾਰਾਂ ਦੀ, ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਕਰਕੇ ਜਿਹੜੀ ਵਿੱਥ ਪੈ ਗਈ ਹੈ, ਉਹ ਕਰੋੜਾਂ ਕਦਮ ਦੀ ਪੈ ਚੁੱਕੀ ਹੈ। ਤੇ ਉਹਦੇ ਵਾਸਤੇ ਸਾਨੂੰ ਪਹਿਲਾ ਕਦਮ ਸਾਨੂੰ ਪਟਣਾ ਪਏਗਾ। ਜੇ ਮੈਂ ਉੱਠਾਂ ਵੀ ਨਾ, ਜੇ ਗੁਰੂ ਕਿਰਪਾ ਕਰੇਗਾ ਤਾਂ ਉੱਠਾਂਗੇ। ਅਰੇ ਜਦ ਤੂੰ ਕਾਲਜ ਜਾਣਾ ਹੈ ਜਾਂ ਤੂੰ ਆਫਿਸ ਜਾਣਾ ਹੈ, ਇਹ ਵੀ ਘਰ ਨਾ ਜਾ, ਤੂੰ ਕਹੇ ਜਦੋਂ ਗੁਰੂ ਕਿਰਪਾ ਕਰੇਗਾ ਤਾਂ ਮੈਂ ਜਾਵਾਂਗਾ। ਜਦ ਦੁਨੀਆ ਦੇ ਕਾਰਜ ਵਾਸਤੇ ਤੂੰ ਕਿਰਪਾ ਨੂੰ ਮੁਤਾਜ ਨਹੀਂ ਰਹਿੰਦਾ, ਤੇ ਜਦੋਂ ਗੁਰੂ ਦਾ ਕਾਰਜ ਕਰਨਾ ਹੋਵੇ ਉਦੋਂ ਕਿਉਂ ਮੁਤਾਜ ਗੁਰੂ ਤੇ ਪਾ ਦੇਣਾ? ਹੁਣ ਕਿਸੇ ਨੇ ਸਕੂਲ ਜਾਣਾ ਹੈ, ਉਹ ਕਹੇਗਾ ਗੁਰੂ ਕਿਰਪਾ ਕਰੇਗਾ ਤਾਂ ਮੈਂ ਸਕੂਲ ਜਾਵਾਂਗਾ। ਕੋਈ ਟੀਚਰ ਹੈ, ਉਹਨੇ ਸਕੂਲ ਪੜ੍ਹਾਉਣ ਜਾਣਾ ਹੈ, ਜੀ ਗੁਰੂ ਕਿਰਪਾ ਕਰੇਗਾ। ਕਿਉਂ? ਕਿਉਂਕਿ ਉੱਥੋਂ ਕੁਝ ਚੰਦ ਪੈਸੇ ਮਿਲਣੇ ਨੇ। ਜਿਹਨੇ ਫੈਕਟਰੀ ਜਾਣਾ ਹੈ,
ਜਿਹਨੇ ਆਫਿਸ ਜਾਣਾ ਹੈ, ਉਦੋਂ ਤੇ ਮੈਂ ਕਦੀ ਲੇਟ ਹੁੰਦਿਆਂ ਨਹੀਂ ਵੇਖਿਆ। ਉਦੋਂ ਮੈਂ ਕਿਸੇ ਕੋਲ ਗੁਰੂ ਕਿਰਪਾ ਕਰੇਗਾ ਤੇ ਮੈਂ ਜਾਵਾਂਗਾ। ਅਰੇ ਕੁਝ ਗੱਲਾਂ ਅਸੀਂ ਨਾ ਆਪਣੇ ਜੀਵਨ ਵਿੱਚ ਆਪਣੀਆਂ ਕਮੀਆਂ ਨੂੰ ਛੁਪਾਉਣ ਵਾਸਤੇ ਉਹ ਕਿਰਪਾ ਦੇ ਪਾ ਦਿੱਤੀਆਂ। ਕਿਰਪਾ ਤਾਂ ਹੋਣੀ ਹੈ ਜੇ ਪਹਿਲਾ ਕਦਮ ਹੀ ਮਾਰੇ ਨੇ ਕਿਹਾ ਪਹਿਲਾ ਕਦਮ ਤੁਸੀਂ ਪੱਟੋ। ਚਰਨ ਸਰਣ ਗੁਰ। ਇੱਕ ਪੈਂਡਾ ਜਾਏ। ਹੁਣ ਇੱਕ ਪੈਂਡਾ ਕਿਹਦਾ ਹੈ? ਸਾਡਾ ਹੈ। ਉਹ ਕੀ ਹੈ? ਉਹ ਆਲਸ ਤਿਆਗਣਾ, ਨਿੰਦਰਾ ਨੂੰ ਤਿਆਗਣਾ ਹੈ, ਗੁਰੂ ਪ੍ਰਤੀ ਪ੍ਰੇਮ ਵਾਸਤੇ ਪਹਿਲਾ ਕਦਮ। ਤੇ ਫਿਰ ਕੀ ਹੋਏਗਾ? ਗੁਰੂ ਕਰੋੜਾਂ ਕਦਮ ਦੀ ਜਿਹੜੀ ਵਿੱਥ ਹੈ ਉਹ ਹਟਾ ਕੇ ਸਾਨੂੰ ਖਾਲੀ ਬਾਂਹ ਹੀ ਨਹੀਂ ਫੜੇਗਾ, ਸਾਨੂੰ ਰੱਖੇ ਗੱਲ ਲਾਏ ਵਾਲੀ ਵੀ ਗੱਲ ਕਰ ਦੇਗਾ। ਸੋ ਐਸੇ ਦਿਨ ਦਿਆਲ ਸਤਿਗੁਰੂ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ। ਆਸ ਇਹੀ ਹੈ ਕਿ ਜਿਹੜੇ ਵੀ ਇੱਥੇ ਜਪਜੀ ਸਾਹਿਬ ਤੋਂ ਵਾਂਝੇ ਬੈਠੇ ਨੇ, ਜਿਹੜੇ ਨਹੀਂ ਪੜ੍ਹਦੇ, ਕੱਲ ਦੀ ਸਵੇਰ ਤਾਂ ਚੜੇ ਕਿ ਇੱਕ ਪਾਠ ਘੱਟੋ ਘੱਟ ਜਪਜੀ ਸਾਹਿਬ ਨਿਤਨੇਮ ਕਰੋ, ਮੁਬਾਰਕ ਹੈ, ਪਰ ਇੱਕ ਪਾਠ ਜ਼ਰੂਰ ਜਪਜੀ ਸਾਹਿਬ ਦਾ ਕਰਕੇ ਗੁਰੂ ਤੇਗ ਬਹਾਦਰ ਦੇ ਅਰਜੀ ਜ਼ਰੂਰ ਲਾਇਆ ਕਰੋ ਚਰਨਾਂ ਵਿੱਚ। ਇਹ ਬੇਨਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ। ਸਾਰੇ ਮਾਈ ਭਾਈ ਅਸੀਸ ਦਵੋ। ਆਓ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।